ਟੀਵੀ ਪੰਜਾਬ ਦੇਖਣ ਵਾਲੇ ਦਰਸ਼ਕਾਂ ਦਾ ਸਵਾਗਤ ਹੈ ਜੀ। ਮੈਂ ਹਾਂ ਮਨਦੀਪ ਸਿੰਘ ਅਤੇ ਲੈ ਕੇ ਹਾਜ਼ਰ ਹਾਂ ਇੱਕ ਵਾਰੀ ਫਿਰ ਖਾਸ ਪ੍ਰੋਗਰਾਮ ਜਿਸ ਅਸੀਂ ਕਰਾਂਗੇ ਖਾਸ ਖਬਰਾਂ ਤੇ ਚਰਚਾ ਤੇ ਖਬਰਾਂ ਜਿਹੜੀਆਂ ਬਹੁਤੀਆਂ ਹੀ ਕੈਨੇਡਾ ਨਾਲ ਸੰਬੰਧਿਤ ਹੋਣਗੀਆਂ, ਕੈਨੇਡਾ ਦੇ ਆਮ ਮਸਲਿਆਂ ਉੱਤੇ ਹੋਣਗੇ ਔਰ ਜੋ ਇਸ ਵਕਤ ਕੈਨੇਡਾ ਵਿੱਚ ਸਰਗਰਮੀਆਂ ਹੋ ਰਹੀਆਂ ਨੇ। ਸੋ ਖਬਰਾਂ ਤੇ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਮੇਰੇ ਸਹਿਯੋਗੀ ਰਾਜ ਅੰਗਦ ਸਿੰਘ ਸੰਧੂ। ਸੋ ਸੰਧੂ ਸਾਹਿਬ, ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਹੈ ਤੁਹਾਡਾ। ਜੀ ਮਨਦੀਪ ਜੀ, ਬਹੁਤ ਮਿਹਰਬਾਨੀ ਜੀ। ਅੱਛਾ, ਮੇਰੇ ਖਿਆਲ ਨਾਲ ਤੁਹਾਨੂੰ ਯਾਦ ਹੋਣਾ ਜਦੋਂ ਭਾਰਤ ਵਿੱਚ ਨੋਟਬੰਦੀ ਹੋਈ ਸੀ ਤੇ ਕੀ ਹਾਲਾਤ ਬਣੇ ਸੀ। ਮਨਦੀਪ, ਜਿਹੜੀ ਚੀਜ਼ ਦਾ ਤੁਸੀਂ ਜ਼ਿਕਰ ਕੀਤਾ, ਮੈਨੂੰ ਤਾਂ ਲੱਗਦਾ ਵੀ ਇਹ ਵਨ ਆਫ ਦ ਮੋਸਟ ਅਨਫੋਰਗੇਟੇਬਲ ਮੂਮੈਂਟਸ ਇੱਕ ਤਰ੍ਹਾਂ ਜੀ। ਇਹ ਚੀਜ਼ ਤੇ ਭੁੱਲੀ ਜਾ ਹੀ ਨਹੀਂ ਸਕਦੀ ਮੈਨੂੰ ਲੱਗਦਾ। ਅੱਜ ਵੀ ਜਦੋਂ ਕਿਤੇ ਇਹ ਖਬਰ ਆਉਂਦੀ ਹੈ ਕਿ ਅੱਜ ਨਰਿੰਦਰ ਮੋਦੀ ਹੁਣਾਂ ਨੇ ਰਾਸ਼ਟਰ ਨੂੰ ਸੰਬੋਧਨ ਕਰਨਾ ਤੇ ਉਹ ਵੀ ਰਾਤ ਨੂੰ 8 ਵਜੇ, ਤੇ ਕਈਆਂ ਦੀਆਂ ਲੱਤਾਂ ਅੱਜ ਵੀ ਕੰਬ ਜਾਂਦੀਆਂ ਵੀ ਕਿਤੇ ਦੁਬਾਰਾ ਨਾ ਕੋਈ ਇਹੋ ਜਿਹਾ ਹੌਸਲਾ ਐਲਾਨ ਹੋ ਜਾਵੇ ਕਿ ਜਿਹੜਾ ਲੋਕਾਂ ਨੂੰ ਦੁਬਾਰਾ ਕਿਤੇ ਲਾਈਨਾਂ 'ਚ ਖੜਨਾ ਪੈ ਜਾਵੇ। ਸੋ ਮੈਂ ਸੁਣਿਆ ਕਿ ਕੈਨੇਡਾ ਦੇ ਵਿੱਚ ਵੀ ਕੁਝ ਇਹੋ ਜਿਹੀ ਖਬਰ ਆ ਰਹੀ ਹੈ ਕਿ ਇੱਥੇ ਵੀ ਕਈ ਨੋਟਾਂ ਉੱਤੇ ਬੈਨ ਲੱਗ ਰਿਹਾ। ਮਨਦੀਪ ਜੀ, ਗੱਲ ਤਾਂ ਬਿਲਕੁਲ ਦਰੁਸਤ ਹੈ, ਪਰ ਜਿੱਦਾਂ ਤੁਸੀਂ ਜ਼ਿਕਰ ਕੀਤਾ ਇਸ ਚੀਜ਼ ਦਾ ਵੀ ਨੋਟਬੰਦੀ ਜਿਹੜੀ ਪ੍ਰੋਜੈਕਸ਼ਨ ਆ ਉਹ ਇੰਡੀਆ ਵੱਲ ਹੀ ਜਾਂਦੀ ਹੈ ਜੀ। ਜਿਹੜੀ ਇੱਥੋਂ ਦੀ ਨੋਟਬੰਦੀ ਹੈ ਉਹ ਇੱਕ ਤਰ੍ਹਾਂ ਟੈਂਡਰ ਲੀਗਲ ਨੋਟਿਸ ਹੈ ਕੁਝ ਨੋਟਸ ਦਾ, ਉਹ ਮਤਲਬ ਆਪਣਾ ਸਟੇਟਸ ਖੋ ਦੇਣਗੇ ਜੀ। ਪਰ ਇਹਦਾ ਮਤਲਬ ਇਹ ਨਹੀਂ ਹੈ ਵੀ ਉਹ ਅਸੈਪਟ ਨਹੀਂ ਹੋਣਗੇ। ਜਿਹੜੇ ਸਟੋਰਸ ਹਜੇ ਵੀ ਉਹ ਅਸੈਪਟ ਕਰ ਸਕਦੇ ਨੇ 1 ਜਨਵਰੀ ਤੱਕ ਉਹ ਕਰ ਲੈਣ ਜੀ। ਤੇ ਇਹ ਨੋਟਸ ਜਿਹੜੇ ਨੇ ਇਹਨਾਂ ਦੇ ਬਾਰੇ ਵੀ ਇੱਕ ਕਾਫੀ ਵੱਡੀ ਹਿਸਟਰੀ ਆ। ਮੈਂ ਤੁਹਾਨੂੰ ਪੂਰੀ ਇਹਦੀ ਡਿਟੇਲ ਰਿਪੋਰਟ ਬਣਾ ਕੇ ਲੈ ਕੇ ਮਤਲਬ ਇਹ ਨਹੀਂਗਾ ਹੈਗਾ ਵੀ ਲੈ ਵੀ ਅੱਜ ਤੋਂ ਹੁਣ ਤੋਂ ਬੰਦ ਮੈਂ ਹੁਣੇ ਹੋ ਰਿਹਾ ਜੀ। 1 ਜਨਵਰੀ ਤੱਕ ਚੱਲਣਗੇ ਹਲੇ। ਬਿਲਕੁਲ 1 ਜਨਵਰੀ ਤੱਕ ਚੱਲਣਗੇ ਤੇ 1 ਜਨਵਰੀ ਤੋਂ ਬਾਅਦ ਵੀ ਚੱਲਣਗੇ। ਇਹ ਚੀਜ਼ ਬੈਂਕ ਆਫ ਕੈਨੇਡਾ ਨੇ ਕਲੀਅਰ ਕੀਤੀ ਹੈ ਕਿ ਜੇ ਤੁਹਾਡੇ ਕੋਲ ਉਸ ਨੋਟ ਦੀ ਪੋਜੈਸ਼ਨ ਹੈ, ਜਿਹੜੇ ਨੋਟ ਜਿਹੜੇ ਬੈਨ ਹੋਣ ਵਾਲੇ ਨੇ, ਤੇ ਤੁਸੀਂ ਜਿਹੜੇ ਵੀ ਫਾਈਨੈਂਸ਼ੀਅਲ ਇੰਸਟੀਟਿਊਟ ਜਾਂ ਜਿਹੜੇ ਵੀ ਬੈਂਕ ਦੇ ਨਾਲ ਤੁਸੀਂ ਡੀਲ ਕਰਦੇ ਹੋ, ਤੁਸੀਂ ਉਹ ਬੈਂਕ 'ਚ ਜਾਣਾ ਤੇ ਐਜ਼ ਪਰ ਦ ਕੰਡੀਸ਼ਨ ਆਫ ਦ ਨੋਟ ਅਸੀਂ ਉਹ ਦੇਖ ਕੇ ਉਹਦੇ ਅਕੋਰਡਿੰਗ ਤੁਹਾਨੂੰ ਉਹਨੇ ਜਿਹੜੇ ਪੈਸੇ ਨੇ ਉਹ ਟ੍ਰਾਂਸਫਰ ਕਰ ਦਾਂਗੇ ਵੀ ਉਹ ਚੀਜ਼ ਤੁਹਾਡੀ ਅਕਾਊਂਟ ਦੇ ਵਿੱਚ ਆ ਜਾਏਗੀ। ਵੀ ਤੁਸੀਂ ਇਹਨੂੰ ਇਹ ਨਾ ਸਮਝੋ ਵੀ ਇਹਦੇ ਨਾਲ ਕੋਈ ਕਿਸੇ ਨੂੰ ਕੋਈ ਇਕਨੋਮਿਕ ਇੰਪੈਕਟ ਆਊਗਾ ਜਾਂ ਕੋਈ ਪ੍ਰੋਬਲਮ ਆਊਗੀ। ਤੇ ਖਾਸ ਕਰਕੇ ਜਿਹੜੇ ਨੋਟ ਬੈਨ ਹੋਣ ਵਾਲੇ ਨੇ, ਜਿਹੜੇ ਨੋਟ ਆਪਣਾ ਲੀਗਲ ਸਟੇਟਸ ਖੋਣ ਵਾਲੇ ਨੇ, ਬੈਨ ਤੇ ਨਹੀਂ ਕਹਾਂਗੇ। ਮੈਂ ਦਰਸ਼ਕਾਂ ਨੂੰ ਪਹਿਲਾਂ ਉਹ ਦੱਸ ਦਿਓ ਕਿ ਕਿਹੜੇ ਨੋਟ ਨੇ, ਕਿੰਨੇ ਡਾਲਰ ਦੇ ਜੀ। ਮਨਦੀਪ, ਸਭ ਤੋਂ ਪਹਿਲਾਂ ਤਾਂ $1 ਦਾ ਨੋਟ ਹੈ, $2 ਦਾ ਨੋਟ ਹੈ, $500 ਦਾ ਨੋਟ ਹੈ ਤੇ $1000 ਦਾ ਨੋਟ ਹੈ ਜੀ। ਤੇ ਇੱਕ $25 ਦਾ ਨੋਟ ਵੀ ਹੈ, ਪਰ ਉਹ ਇਸ ਲੀਗਲ ਟੈਂਡਰ ਨੋਟ ਮੇਰੇ ਖਿਆਲ ਨਾਲ ਜਿਹੜੇ ਤੁਸੀਂ ਨੋਟਾਂ ਦੀ ਗੱਲ ਕਰ ਰਹੇ ਹੋ ਬਹੁਤ ਘੱਟ ਦੇਖਣ ਚ ਆਉਂਦੇ ਨੇ, ਕਿਉਂਕਿ ਆਮ ਤੌਰ ਤੇ ਅਸੀਂ ਦੇਖਦੇ ਹਾਂ $5 ਦਾ ਨੋਟ, $10 ਦਾ ਨੋਟ ਜਾਂ $20 ਦਾ, $50 ਦਾ ਤੇ $100 ਦਾ। ਜਿਹੜਾ $1, $2, $25 ਤੇ $500 ਤੇ $1000 ਜੀ। ਇਹ $1000 ਦਾ ਤਾਂ ਮੈਨੂੰ ਲੱਗਦਾ ਮੈਨੂੰ ਪਤਾ ਵੀ ਨਹੀਂ ਸੀ ਕਿ ਨੋਟ ਹੈਗਾ ਆ। ਸੋ ਇਹ ਥੋੜੀ ਜਾਣਕਾਰੀ ਦਿਓ ਕਿ ਇਹ ਕਦੋਂ ਆਏ ਸੀ ਤੇ ਕਦੋਂ ਤੱਕ ਹੁਣ ਐਕਸੈਪਟ ਹੋਣਗੇ ਜੀ। ਮਨਦੀਪ, $1, $2 ਦੇ ਜਿਹੜੇ ਨੋਟ ਸੀਗੇ, ਇਹ ਲੂਨੀ ਤੇ ਟੂਨੀਜ਼ ਨੇ ਇਹਨਾਂ ਨੋਟਸ ਨੂੰ ਰਿਪਲੇਸ ਕੀਤਾ ਸੀਗਾ ਕਿਉਂਕਿ ਇਹਨਾਂ ਦੀ ਪ੍ਰੋਡਕਸ਼ਨ ਦੇ ਉੱਤੇ ਜ਼ਿਆਦਾ ਕਾਸਟ ਆ ਰਹੀ ਸੀਗੀ ਤੇ ਗਵਰਨਮੈਂਟ ਨੇ ਉਹ ਚੀਜ਼ ਜਿਹੜੀ ਆ ਕੱਟ ਆਫ ਕਰਨੀ ਸੀ। ਸਿੱਕੇ ਆ ਗਏ ਸੀ ਜੀ, ਫਿਰ ਸਿੱਕੇ ਆ ਗਏ। ਤੇ $500 ਦਾ ਜਿਹੜਾ ਨੋਟ ਸੀਗਾ ਉਹ ਕੈਨੇਡਾ ਦੇ ਵਿੱਚ ਬਹੁਤ ਪਹਿਲਾਂ ਬਣਿਆ ਸੀ। 1925 ਦੇ ਨੇੜੇ ਉਹ ਨੋਟ ਜਿਹੜਾ ਸੀਗਾ ਉਹ ਬਣਾਇਆ ਗਿਆ ਸੀਗਾ ਤੇ ਕਿੰਗ ਜਾਰਜ V ਉਹਨਾਂ ਦੀ ਇੱਕ 25ਵੀਂ ਸਾਲਗਿਰਾ ਤੇ ਨੋਟ ਬਣਾਇਆ ਗਿਆ ਸੀ। 1935 ਦੇ ਵਿੱਚ ਇਹ ਨੋਟ ਬਣਿਆ ਸੀਗਾ ਤੇ 1935 ਦੇ ਵਿੱਚ ਪ੍ਰੋਡਕਸ਼ਨ ਤੋਂ ਬਾਅਦ 1935 ਦੇ ਵਿੱਚ ਇਹ ਨੋਟ ਬੰਦ ਹੋ ਗਿਆ ਸੀਗਾ। ਸੋ ਉਸ ਤੋਂ ਬਾਅਦ ਜਿਹੜਾ ਤੁਸੀਂ ਨੋਟ ਦੀ ਜ਼ਿਕਰ ਕੀਤਾ $1000 ਦਾ ਨੋਟ, $1000 ਦਾ ਨੋਟ ਵੀ 2000 ਸਨ ਦੇ ਵਿੱਚ ਬਣਿਆ ਸੀਗਾ ਤੇ ਇਹ ਵੀ ਕੁਝ ਲਿਮਿਟਿਡ ਨੋਟ ਸੀਗੇ ਜਿਹੜੇ ਬਣੇ ਸਨ ਤੇ ਇਹਨਾਂ ਨੂੰ ਵੀ ਉਸੇ ਸਾਲ ਦੇ ਵੀ ਪ੍ਰੋਡਕਸ਼ਨ ਦੇ ਵਿੱਚ ਜਿਹੜਾ ਬੰਦ ਕਰ ਦਿੱਤਾ ਗਿਆ ਸੀਗਾ ਜੀ। ਤੇ ਇੱਥੇ ਹੈਰਾਨੀ ਵਾਲੀ ਗੱਲ ਸਭ ਤੋਂ ਵੱਡੀ ਇਹ ਹੈ ਮਨਦੀਪ ਜੀ, ਵੀ ਤੁਸੀਂ ਕਿਤੇ ਇਹ ਨਾ ਸੋਚੋ ਵੀ ਜਿਹੜਾ $1 ਦਾ ਨੋਟ ਹੈ ਵੀ ਬੈਂਕ ਆਫ ਕੈਨੇਡਾ ਤੁਹਾਨੂੰ $1 ਦੀ ਰਿਪਲੇਸਮੈਂਟ ਹੀ ਦੇਗੀ ਜਾਂ $2 ਦੀ। ਇੱਥੇ ਮੈਂ ਕਲੀਅਰ ਕਰਦਾ ਵੀ ਜੇ $500 ਦਾ ਤੁਹਾਡੇ ਕੋਲ ਨੋਟ ਹੈ 1935 ਦਾ ਤੇ ਜੇ ਉਹਦੀ ਕੰਡੀਸ਼ਨ ਗੁੱਡ ਹੈ ਤੇ ਉਹ $20,000 ਤੋਂ $60,000 ਦੇ ਅਮਾਊਂਟ ਦੇ ਵਿੱਚ ਉਹ ਵੈਰੀ ਕਰ ਸਕਦਾ ਤੇ ਤੁਹਾਨੂੰ ਬੈਂਕ ਆਫ ਕੈਨੇਡਾ ਇੰਨੇ ਪੈਸੇ ਪੇ ਕਰਨਗੇ। ਮਤਲਬ ਕਿ 500 ਜਿਹੜਾ ਨੋਟ ਹੈ ਉਹਦੀ ਕੀਮਤ $20,000 ਹੈ ਕਿ 20,000 ਚੋਂ ਨੋਟ ਵਿਕੂਗਾ ਜੀ। 20 ਤੋਂ 60,000 ਐਜ਼ ਪਰ ਦਾ ਕੰਡੀਸ਼ਨ ਵੀ ਜਿੱਦਾਂ ਤੁਸੀਂ ਸੰਭਾਲ ਕੇ ਰੱਖਿਆ। ਸੋ ਮਾੜਾ ਮੋਟਾ ਪਾਟਾ ਨਹੀਂ ਹੈ ਤਾਂ ਜੀ। ਬਿਲਕੁਲ ਜੀ। ਤੇ ਉਸ ਤੋਂ ਬਾਅਦ ਚਲੋ ਮੈਂ ਤੁਹਾਨੂੰ ਥੋੜੀ ਇਹ ਡਿਟੇਲਸ ਦਿੰਦਾ ਇਹਦੇ ਬਾਰੇ। ਪਹਿਲਾਂ ਤੇ ਬੈਂਕ ਆਫ ਕੈਨੇਡਾ ਨੇ ਜਿਹੜੀ ਸਟੇਟਮੈਂਟ ਦਿੱਤੀ ਉਹਦੀ ਗੱਲ ਕਰਦੇ ਹਾਂ। ਉਹਨਾਂ ਨੇ ਕਿਹਾ ਵੀ ਅਸੀਂ ਇਹ ਸਰਵੇ ਕੀਤਾ ਸੀਗਾ, ਫਿਰ ਉਸ ਤੋਂ ਬਾਅਦ ਇਹ ਨਿਰਣੇ ਲਿਆ ਵੀ ਇਹ ਜਿਹੜੀ ਆ ਅਸੀਂ ਇੱਕ ਤਰ੍ਹਾਂ ਨੋਟਬੰਦੀ ਕਰ ਰਹੇ ਹਾਂ, ਜਿਹੜਾ ਲੀਗਲ ਟੈਂਡਰ ਸਟੇਟਸ ਜਿਹੜਾ ਉਹ ਸ਼ਿਫਟ ਹੋ ਰਿਹਾ ਵੀ ਇਹਦੇ ਨਾਲ ਕੋਈ ਬਹੁਤ ਜ਼ਿਆਦਾ ਕੈਨੇਡੀਅਨਸ ਪ੍ਰਭਾਵਿਤ ਨਹੀਂ ਹੋਣਗੇ ਤੇ ਜਿਹੜੇ ਵੀ ਹੋਣਗੇ ਉਹਨਾਂ ਨੂੰ ਉਹਨਾਂ ਦੇ ਫਾਈਨੈਂਸ਼ੀਅਲ ਇੰਸਟੀਟਿਊਟਸ ਜਿਹੜੇ ਨੇ ਉਹ ਦੱਸ ਦੇਣਗੇ ਵੀ ਇਹ ਚੀਜ਼ ਦੇ ਵਿੱਚ ਇਹ ਚੀਜ਼ ਦੀ ਤਬਦੀਲੀ ਕੀਤੀ। ਯਾਰ ਪ੍ਰਭਾਵਿਤ ਕਿਵੇਂ ਹੋਣਗੇ? ਹੁਣ ਜੇ ਤੁਹਾਨੂੰ ਇੱਕ 500 ਦੇ ਬਦਲੇ 20,000 ਤੋਂ 60,000 ਰੁਪਈਆ ਮਿਲ ਰਿਹਾ, ਡਾਲਰ ਮਿਲ ਰਿਹਾ, ਤਾਂ ਮੈਨੂੰ ਲੱਗਦਾ ਕਿ ਉਹ ਤਾਂ ਕਹਿਣਾ ਵੀ ਇਹੋ ਜਿਹੀ ਨੋਟਬੰਦੀ ਤਾਂ ਪਹਿਲਾਂ ਹੋ ਜਾਣੀ ਚਾਹੀਦੀ ਸੀ ਜੀ ਮਨਦੀਪ। ਅੱਛਾ, ਉਸ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਇਹ ਅਨਾਊਂਸਮੈਂਟ ਜਿਹੜੀ ਉਹਨਾਂ ਨੇ ਕੀਤੀ ਹੈ ਤੇ ਇਹ ਜਿਹੜੇ ਨੋਟ ਨੇ, ਜਿੱਦਾਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਵੀ ਇਹ ਨੋਟ ਕਿਉਂਕਿ ਘੱਟ ਅਮਾਊਂਟ ਦੇ ਵਿੱਚ, ਘੱਟ ਪ੍ਰੋਡਕਸ਼ਨ ਨੰਬਰਸ ਦੇ ਵਿੱਚ ਆਏ ਸਨ,
ਸੋ ਇਹ ਜ਼ਿਆਦਾਤਰ ਜਿਹੜੇ ਨੇ ਕਲੈਕਟੇਬਲ ਆਈਟਮਸ ਦੇ ਵਿੱਚ ਨੇ, ਵੀ ਜ਼ਿਆਦਾਤਰ ਕਲੈਕਟਰ ਐਡੀਸ਼ਨ ਨੇ ਲੋਕਾਂ ਨੇ ਸੰਭਾਲ ਕੇ ਰੱਖੇ ਆ, ਵੀ ਕੋਈ ਵੀ ਇਹ ਸਟੋਰ ਤੇ ਦੇ ਨਹੀਂ ਰਿਹਾ ਜੀ। ਪਰ ਜੇ ਕੋਈ ਸਟੋਰ ਇਹਨਾਂ ਨੂੰ ਲੈਂਦਾ 1 ਤਰੀਕ ਤੱਕ ਤੇ ਇਹ ਫਿਰ ਵੀ ਰਿਪਲੇਸੇਬਲ ਨੇ ਜੀ। ਤੇ ਉਸ ਤੋਂ ਬਾਅਦ ਜਿਹੜੀ ਸਭ ਤੋਂ ਵੱਡੀ ਗੱਲ ਕੀਤੀ ਗਈ, ਉਹਨਾਂ ਨੇ ਕਿਹਾ ਵੀ ਇਹ ਆਪਣੀ ਫੇਸ ਵੈਲਿਊ ਨਹੀਂ ਖੋ ਰਹੇ। ਇਹਦਾ ਮਤਲਬ ਇਹ ਨਾ ਸਮਝਣ ਵੀ ਜਿਨ੍ਹਾਂ ਲੋਕਾਂ ਕੋਲ ਨੋਟ ਨੇ ਵੀ ਜੇ ਜਨਵਰੀ 1 ਤੋਂ ਬਾਅਦ ਉਹ ਆਪਣੇ ਫਾਈਨੈਂਸ਼ੀਅਲ ਇੰਸਟੀਟਿਊਟ ਕੋਲ ਲੈ ਕੇ ਜਾਣਗੇ ਤੇ ਵਰਥਲੈਸ ਨੇ। ਵਰਥਲੈਸ ਨਹੀਂ ਹੋਣਗੇ, ਇਹ ਅਮਾਉਂਟ ਉਹਨਾਂ ਦੀ ਹੈ ਵੈਰੀ ਕਰੇਗੀ ਐਜ਼ ਪਰ ਦ ਕੰਡੀਸ਼ਨ ਤੇ ਜੋ ਵੀ ਅੱਜ ਦਾ ਰੇਟ ਚੱਲ ਰਿਹਾ। ਉਸ ਤੋਂ ਬਾਅਦ ਉਹਨਾਂ ਨੇ ਕਿਹਾ ਵੀ $25 ਦਾ ਨੋਟ, ਜਿਹੜਾ $1 ਤੇ $2 ਦੇ ਨੋਟ ਸਨ, ਇਹ 1979 ਤੋਂ ਲੈ ਕੇ 1996 ਦੇ ਵਿੱਚ ਬਣੇ ਸੀ। ਉਸ ਤੋਂ ਬਾਅਦ ਜਿੱਦਾਂ ਮੈਂ ਜ਼ਿਕਰ ਕੀਤਾ ਵੀ ਲੂਨੀ ਤੇ ਟੂਨੀਜ਼ ਦੇ ਨਾਲ ਇਹਨਾਂ ਨੂੰ ਰਿਪਲੇਸ ਕਰ ਦਿੱਤਾ ਗਿਆ। ਉਸ ਤੋਂ ਬਾਅਦ $25 ਦਾ ਜਿਹੜਾ ਨੋਟ ਸੀਗਾ 1935 ਦੇ ਵਿੱਚ ਬਣਿਆ, ਜਿਹਦੇ ਵਿੱਚ 25ਵਾਂ ਜਿਹੜਾ ਕਿੰਗ ਜਾਰਜ ਦ 5th ਸੀਗਾ ਉਹਨਾਂ ਦੀ 25ਵੀਂ ਐਨੀਵਰਸਰੀ ਤੇ ਸੀਗਾ ਤੇ ਇਹ $500 ਦਾ ਨੋਟ ਵੀ ਉਸੇ ਸਾਲ ਡਿਸਕਾਊਂਟ ਕਰ ਦਿੱਤਾ ਗਿਆ ਸੀਗਾ। ਉਸ ਤੋਂ ਬਾਅਦ $1000 ਦਾ ਨੋਟ ਜਿਹੜਾ ਉਹ 2000 ਦੇ ਵਿੱਚ ਆਇਆ ਤੇ ਇਹਨਾਂ ਦੇ ਜਿਹੜੇ ਨੰਬਰਸ ਨੇ, ਜਿਹੜੇ ਨੋਟ ਇਹਨਾਂ ਦੀ ਪ੍ਰੋਡਕਸ਼ਨ ਸੀਗੀ, ਉਹ ਵੀ ਬ੍ਰੇਕਡਾਊਨ ਜਿਹੜੀ ਹੈ ਬੈਂਕ ਆਫ ਕੈਨੇਡਾ ਨੇ ਕੀਤੀ ਹੋਈ ਹੈ। ਸੋ 15 ਕਰੋੜ ਤੇ 2,30,000 ਦੇ ਕਰੀਬ $1 ਦੇ ਨੋਟ ਨੇ ਜਿਹੜੇ ਇਸ ਚੀਜ਼ ਦੇ ਨਾਲ ਪ੍ਰਭਾਵਿਤ ਹੋਣਗੇ। $2 ਦੇ 10 ਕਰੋੜ ਤੇ 36,000 ਦੇ ਕਰੀਬ ਨੋਟ ਨੇ ਜਿਹੜੇ ਪ੍ਰਭਾਵਿਤ ਹੋਣਗੇ ਤੇ $25 ਦੇ 1840 ਨੋਟ ਨੇ, $500 ਦੇ 40 ਨੋਟ ਨੇ ਤੇ $1000 ਦੇ 67 ਨੋਟ ਨੇ। ਤੇ ਇਸ ਦੇ ਨਾਲ ਇਹੀ ਹੈ ਟੋਟਲ ਅੱਜ ਦਾ ਜਿਹੜਾ ਬ੍ਰੇਕਡਾਊਨ ਹੈ ਇਹਨਾਂ, ਮਤਲਬ ਕਿ $1000 ਦੇ ਸਿਰਫ 67 ਨੋਟ ਨਹੀਂ, ਮੈਨੂੰ ਲੱਗਦਾ ਕਿ ਇਹ ਵੀ ਲੋਕਾਂ ਨੇ ਕਿਤੇ ਨਾ ਕਿਤੇ ਸਾਂਭ ਕੇ ਰੱਖੇ ਹੋਣੇ ਆ, ਕਿਉਂਕਿ ਮਾਰਕੀਟ ਦੇ ਵਿੱਚ ਤਾਂ ਆਮ ਤੌਰ ਤੇ ਇਹਨਾਂ ਚੋਂ ਕੋਈ ਵੀ ਫਿਲਹਾਲ ਨੋਟ ਜਿਹੜਾ ਮੈਂ ਤਾਂ ਹੁਣ ਤੱਕ ਨਹੀਂ ਦੇਖਿਆ ਕੈਨੇਡਾ ਵਿੱਚ ਆਮ ਚੱਲਦਾ। ਤੇ ਪਰ ਮੈਨੂੰ ਲੱਗਦਾ ਕਿ ਆਪਾਂ ਨੂੰ ਗੂਗਲ ਤੇ ਸਰਚ ਮਾਰ ਕੇ ਇਹ ਦੇਖਣੇ ਪੈਣਗੇ ਤੇ ਇਹਨਾਂ ਦੀ ਮੈਨੂੰ ਲੱਗਦਾ ਕੀਮਤ ਵੀ ਫਿਰ ਜੇ 500 ਦਾ 20,000 ਦਾ ਤੇ ਫਿਰ 1000 ਦੀ ਨੋਟ ਦੀ ਕੀਮਤ ਕੀ ਹੈ? ਮਨਦੀਪ ਜੀ ਇਹਦੇ ਬਾਰੇ ਤੇ ਬੈਂਕ ਆਫ ਕੈਨੇਡਾ ਨੇ ਆਪਣੀ ਅਫੀਸ਼ੀਅਲ ਸਟੇਟਮੈਂਟ 'ਚ ਨਹੀਂ ਦੱਸਿਆ, ਪਰ ਅਸੀਂ ਡਬਲ ਦਾ ਅਮਾਉਂਟ ਕਰਕੇ ਦੇਖ ਸਕਦੇ ਹਾਂ ਵੀ 40,000 ਤੋਂ 1,20,000 ਦੇ ਵਿੱਚ ਹੋ ਸਕਦੀ ਹੈ ਜੀ, ਐਜ਼ ਪਰ ਦਾ ਕੰਡੀਸ਼ਨ ਜੇ ਮੰਨਿਆ ਜਾਵੇ। ਤੇ ਨਾਲੇ ਬੈਂਕ ਆਫ ਕੈਨੇਡਾ ਦੀ ਅਫੀਸ਼ੀਅਲ ਜਿਹੜੀ ਵੈਬਸਾਈਟ ਆ ਉਹਦੇ ਉੱਤੇ ਇਹ ਜਿਹੜੇ ਨੋਟਸ ਨੇ ਉਹਨਾਂ ਦੀਆਂ ਫੋਟੋਆਂ ਪਈਆਂ ਨੇ। ਸੋ ਸਾਰੇ ਮੈਨੂੰ ਲੱਗਦਾ ਨਹੀਂ ਵੀ ਅਸੀਂ ਕਿਤੇ ਦੇਖੇ ਵੀ ਹੋਣਗੇ, ਇਹ ਇੱਕ ਤਰ੍ਹਾਂ ਕਲੈਕਟੇਬਲ ਐਡੀਸ਼ਨਸ ਹੀ ਨੇ ਤੇ ਕਾਫੀ ਲੋਕਾਂ ਨੇ ਸੰਭਾਲ ਕੇ ਰੱਖਿਆ। ਮੈਨੂੰ ਲੱਗਦਾ ਜਿੱਦਾਂ ਆਪਾਂ ਦੇਖਦੇ ਹਾਂ ਕਿ ਲੋਕਾਂ ਨੇ ਪੁਰਾਣੀਆਂ ਕਾਰਾਂ ਜਿਹੜੀਆਂ ਬਹੁਤ ਪੁਰਾਣੇ ਮਾਡਲ ਸਾਂਭ ਕੇ ਰੱਖੇ ਵਿੰਟੇਜ ਕਾਰਾਂ, ਉਦਾਂ ਹੀ ਮੈਨੂੰ ਲੱਗਦਾ ਇਹ ਵੀ ਜਿਹੜੇ ਖਾਸ ਕਰਕੇ ਨੋਟ ਹੈ ਲੋਕਾਂ ਨੇ ਸੰਭਾਲ ਕੇ ਰੱਖੇ ਹੋਣੇ ਆਪਦੀਆਂ ਤਜ਼ੋਰੀਆਂ ਦੇ ਵਿੱਚ, ਸਾਫ਼ ਜਿਹੜੇ ਲੋਕਰਾਂ ਦੇ ਵਿੱਚ। ਔਰ ਹੁਣ ਜਦੋਂ ਦੇਖਿਆ ਕਿ ਇਹਨਾਂ ਦੀ ਬਹੁਤ ਜ਼ਿਆਦਾ ਕੀਮਤ ਮਿਲ ਰਹੀ ਹੈ, ਹੁਣ ਇਹ ਨੋਟ ਬਾਹਰ ਨਿਕਲਣਗੇ ਜਿੱਦਾਂ ਇੰਡੀਆ ਦੇ ਵਿੱਚ ਬੀਬੀਆਂ ਦੇ ਸਾਂਭੇ ਹੋਏ ਨੋਟ ਨਿਕਲੇ ਸੀ। ਜੀ ਮਨਦੀਪ, ਬਿਲਕੁਲ। ਜਿਹੜੇ ਲੋਕਾਂ ਨੇ ਸਾਂਭੇ ਹੋਣਗੇ ਹੁਣ ਇਹਨਾਂ ਨੂੰ ਟ੍ਰਾਂਜੀਸ਼ਨ ਕਰਾਉਣਗੇ। ਕੁਝ ਲੋਕ ਹੋ ਸਕਦਾ ਵੀ ਕਲੈਕਟੇਬਲ ਐਡੀਸ਼ਨ ਵਾਂਗ ਵੀ ਰੱਖਣ ਤੇ ਤਾਂ ਕਿ ਇਹਨਾਂ ਦੀ ਹੋਰ ਜ਼ਿਆਦਾ ਜਿਹੜੀ ਹੈ ਉਹ ਵੈਲਿਊ ਪੈ ਸਕੇ। ਬਟ ਓਵਰਆਲ ਜੇ ਦੇਖਿਆ ਜਾਵੇ ਤੇ ਬੈਂਕਸ ਜਿਹੜੇ ਨੇ ਜਾਂ ਫਾਈਨੈਂਸ਼ੀਅਲ ਇੰਸਟੀਟਿਊਟਸ ਨੇ ਉਹ ਇਸ ਚੀਜ਼ ਦੀ ਟ੍ਰਾਂਜੀਸ਼ਨ ਦੇ ਵਿੱਚ ਕਾਫੀ ਜ਼ਿਆਦਾ ਹੈਲਪ ਕਰਨਗੇ। ਜੀ ਬਿਲਕੁਲ। ਔਰ ਉਹ ਇਹ ਨੋਟਬੰਦੀ ਦੀ ਕਿਸਮ ਦੀ, ਪਰ ਇਹ ਨੋਟਬੰਦੀ ਬਹੁਤ ਵੱਖਰੀ ਆ। ਖੈਰ ਆਪਾਂ ਇਸ ਤੋਂ ਅੱਗੇ ਗੱਲ ਕਰਦੇ ਹਾਂ। ਇਸ ਵਕਤ ਸਭ ਤੋਂ ਅਹਿਮ ਜਿਹੜਾ ਮਸਲਾ ਬਣਿਆ ਹੋਇਆ ਕੈਨੇਡਾ ਦੇ ਵਿੱਚ ਕੋਵਿਡ ਦਾ, ਕਿਉਂਕਿ ਜਿਹੜੀ ਦੂਜੀ ਅਫੀਸ਼ੀਅਲ ਇਹ ਜਿਹੜੀ ਸੈਕੰਡ ਵੇਵ ਹੁਣ ਤੱਕ ਲਾਉਂਦੀ ਜਾ ਚੁੱਕੀ ਹੈ, ਬਹੁਤ ਜ਼ਿਆਦਾ ਹਿੱਟ ਕਰ ਰਹੀ ਹੈ ਸੂਬਿਆਂ ਨੂੰ। ਅਸੀਂ ਦੇਖਿਆ ਕਿ ਜਿਹੜੇ ਹਾਲਾਂਕਿ ਫਸਟ ਵੇਵ ਦੇ ਵਿੱਚ ਮਾਡਲ ਬਣੇ ਸੀ ਸੂਬੇ, ਖਾਸ ਕਰਕੇ ਅਸੀਂ BC ਦੀ ਗੱਲ ਕਰ ਲਈਏ ਕਿ ਜਿੱਦਾਂ BC ਨੇ ਬਚਾਅ ਕੀਤਾ ਜੀ, ਉੱਦਾਂ ਹੋਰ ਜੇਕਰ ਧਰਤੀ ਦੇ ਹਿੱਸਿਆਂ ਉੱਤੇ ਬਚਾਅ ਹੁੰਦਾ ਤਾਂ ਕੋਵਿਡ ਦੇ ਜਿਹੜੇ ਕੇਸ ਆ ਉਹ ਘੱਟ ਫੈਲਣੇ ਸੀ। ਪਰ ਹੁਣ BC ਵਿੱਚ ਵੀ ਕੇਸ ਰੋਜ਼ ਰਿਕਾਰਡ ਤੋੜ ਰਹੇ ਨੇ। ਦੂਜੇ ਪਾਸੇ ਮੈਨੀਟੋਬਾ ਦਾ ਬਚਾਅ ਰਿਹਾ ਸੀ, ਉੱਥੇ ਵੀ ਇਸ ਵਕਤ ਬਹੁਤ ਜ਼ਿਆਦਾ ਕੇਸ ਆ ਰਹੇ ਨੇ। ਅਲਬਰਟਾ ਨੇ ਕਿਹਾ ਸੀ ਕਿ ਅਸੀਂ ਉਹਨਾਂ ਲੋਕਡਾਊਨ ਨਹੀਂ ਕਰਾਂਗੇ। ਹੁਣ ਕੱਲ ਉੱਥੇ ਵੀ ਜਿਹੜੀਆਂ ਪਾਬੰਦੀਆਂ ਦਾ ਐਲਾਨ ਕੀਤਾ, ਅੱਜ ਸਸਕੈਚੂਨ ਵਿੱਚ ਵੀ ਪਾਬੰਦੀਆਂ ਦਾ ਐਲਾਨ ਹੋ ਗਿਆ। ਅੰਟਾਰੀਓ ਤੇ ਕਿਊਬਕ ਵਿੱਚ ਵੀ ਕਰੋਨਾ ਦੇ ਮਾਮਲੇ ਸਾਹਮਣੇ ਆ ਰਹੇ ਨੇ। ਉਧਰ ਟਰੂਡੋ ਸਾਹਿਬ ਕਹਿ ਰਹੇ ਨੇ ਕਿ ਵੈਕਸੀਨ ਜਿਹੜੀ ਆ ਸਾਨੂੰ ਬਾਕੀ ਮੁਲਕਾਂ ਨਾਲੋਂ ਥੋੜੀ ਜਿਹੀ ਲੇਟ ਮਿਲੂਗੀ। ਸੋ ਕੁੱਲ ਮਿਲਾ ਕੇ ਜਿਹੜੀ ਇਸ ਵਕਤ ਚਿੰਤਾ ਵਾਲੀ ਸਥਿਤੀ ਬਣੀ ਹੋਈ ਹੈ। ਸੋ ਮੈਂ ਚਾਹੁੰਦਾ ਕਿ ਥੋੜਾ ਜਿਹਾ ਤੁਸੀਂ ਵਿਸਥਾਰ ਵਿੱਚ ਨੰਬਰਸ ਵੀ ਸਾਂਝੇ ਕਰੋ ਦਰਸ਼ਕਾਂ ਨਾਲ ਕਿ ਅੱਜ ਕੋਵਿਡ ਦੇ ਨੰਬਰ ਕੀ ਆਏ ਨੇ ਤੇ ਕੀ ਹਾਲਾਤ ਬਣੇ ਹੋਏ ਨੇ। ਜੀ ਮਨਦੀਪ, ਸਭ ਤੋਂ ਪਹਿਲਾਂ ਤੇ ਨੰਬਰਸ ਦਾ ਬ੍ਰੇਕਡਾਊਨ ਕਰਦੇ ਹਾਂ। BC ਤੋਂ ਸ਼ੁਰੂਆਤ ਕਰਦੇ ਹਾਂ। BC ਦੇ ਵਿੱਚ ਅੱਜ 738 ਨਵੇਂ ਮਾਮਲੇ ਸਾਹਮਣੇ ਆਏ ਪਿਛਲੇ 24 ਘੰਟਿਆਂ ਦੇ ਵਿੱਚ ਤੇ 13 ਨਵੀਆਂ ਡੈਥਸ ਹੋਈਆਂ ਨੇ। ਤੇ ਇਸ ਦੇ ਨਾਲ ਹੀ ਇੱਕ ਸਭ ਤੋਂ ਵੱਡੀ ਬ੍ਰੇਕਿੰਗ ਨਿਊਜ਼ ਜਿਹੜੀ ਆਈ ਹੈ, ਸਾਡਾ ਧਿਆਨ ਹਮੇਸ਼ਾ ਫਰੇਜ਼ਰ ਵੈਲੀ ਵੱਲ ਹੀ ਰਹਿੰਦਾ, ਫਰੇਜ਼ਰ ਹੈਲਥ ਜਿਹੜਾ ਰੀਜਨ ਆ ਉਹਦੇ ਵਿੱਚ ਰਹਿੰਦਾ ਜੀ। ਬਟ ਹੁਣ ਇਸ ਵਾਰ ਦੀ ਜਿਹੜੀ ਬ੍ਰੇਕਿੰਗ ਨਿਊਜ਼ ਸੀਗੀ ਉਹਦੇ ਵਿੱਚ 3 ਵੱਡੇ ਸਕੂਲ ਨੇ ਜਿਹੜੇ ਆਈਲੈਂਡ ਦੇ ਉੱਤੇ ਨੇ, ਉਹਨਾਂ ਦੇ ਵਿੱਚ ਕਰੋਨਾ ਵਾਇਰਸ ਦੇ ਕੇਸ ਪਾਏ ਗਏ ਨੇ ਕੋਵਿਡ-19 ਦੇ ਰਿਲੇਟਡ। ਤੇ ਜਿਹੜੇ 738 ਕੇਸ ਆਏ ਨੇ ਇਹਨਾਂ ਦਾ ਬ੍ਰੇਕਡਾਊਨ ਕੁਝ ਇਸ ਪ੍ਰਕਾਰ ਹੈ। ਵੈਨਕੂਵਰ ਕੋਸਟਲ ਰੀਜਨ ਵਿੱਚ 169 ਕੇਸ ਨੇ, 443 ਕੇਸ ਫਰੇਜ਼ਰ ਹੈਲਥ ਰੀਜਨ ਦੇ ਵਿੱਚ ਨੇ, 35 ਨਾਰਦਰਨ ਰੀਜਨ ਦੇ ਵਿੱਚ ਨੇ ਤੇ 70 ਇੰਟੀਰੀਅਰ ਆਈਲੈਂਡ ਦੇ ਉੱਤੇ ਵਾਲੇ ਪਾਸੇ ਨੂੰ ਨੇ ਜੀ। ਸੋ ਉਸ ਤੋਂ ਬਾਅਦ ਗੱਲ ਕੀਤੀ ਜਾਵੇ ਅਲਬਰਟਾ ਸੂਬੇ ਦੀ। ਅਲਬਰਟਾ ਸੂਬੇ ਦੇ ਜਿਹੜੇ ਨੰਬਰਸ ਨੇ ਉਹ ਪ੍ਰੋਜੈਕਸ਼ਨ ਦੇ ਅਕੋਰਡਿੰਗ ਓਨਟਾਰੀਓ ਨੂੰ ਫੋਲੋ ਅਪ ਕਰ ਰਹੇ ਆ। ਓਨਟਾਰੀਓ ਤੋਂ 300 ਦੇ ਲੀਡ ਦੇ ਨਾਲ ਜਿਵੇਂ ਕਹਿ ਸਕਦੇ ਹਾਂ ਅਸੀਂ ਪਿੱਛੇ ਹੈ, ਕਿਉਂਕਿ ਉਹਨਾਂ ਦੇ ਨੰਬਰਸ ਵੀ 1000 ਤੋਂ ਥੱਲੇ ਆਉਣ ਦਾ ਨਾਂ ਨਹੀਂ ਲੈ ਰਹੇ। ਸੂਬੇ ਦੇ ਵਿੱਚ ਲਾਕਡਾਊਨ ਦੀਆਂ ਪ੍ਰਤੀਕਿਰਿਆਵਾਂ ਜਿਹੜੀਆਂ ਨੇ ਉਹਨਾਂ ਨੂੰ ਤੇਜ਼ੀ ਫੜ ਰਹੀਆਂ ਨੇ। ਰੈਪਿਡ ਟੈਸਟਿੰਗ ਉਹਨਾਂ ਨੇ ਬਹੁਤ ਪਹਿਲਾਂ ਸ਼ੁਰੂ ਕਰਤੀ ਸੀ, ਪਰ ਮੈਨੂੰ ਲੱਗਦਾ ਕਿਤੇ ਨਾ ਕਿਤੇ ਵੀ ਇਹ ਚੀਜ਼ ਜਿਹੜੀ ਹੈ ਕੰਟਰੋਲ ਤਾਂ ਨਹੀਂ ਹੋ ਰਹੀ ਕਿਉਂਕਿ
ਜੇਸਨ ਕੈਨੀ ਨੇ ਜਦੋਂ ਸਰਕਾਰ ਸੰਭਾਲੀ ਸੀ ਉਹਨਾਂ ਨੇ ਫੈਡਰਲ ਕੁਝ ਬਜਟਸ ਦੀ ਕਟਿੰਗ ਦੇ ਉੱਤੇ ਵੀ ਗੱਲ ਕੀਤੀ ਸੀਗੀ ਤੇ ਨੰਬਰਸ ਦੱਸਣ ਤੋਂ ਪਹਿਲਾਂ ਮਨਦੀਪ ਜੀ ਮੈਂ ਇੱਕ ਗੱਲ ਹੋਰ ਕਹਿਣਾ ਚਾਹਾਂਗਾ ਕਿ ਤੁਸੀਂ ਇਸ ਗੱਲ ਦਾ ਵੀ ਜ਼ਿਕਰ ਕੀਤਾ ਸੀਗਾ ਪਹਿਲਾਂ ਕਿ ਅਲਬਰਟਾ ਗਵਰਨਮੈਂਟ ਨੇ ਇੱਕ ਆਪਣੀ ਐਪ ਬਣਾਈ ਸੀਗੀ ਜਿਹੜੀ ਫੈਡਰਲ ਗਵਰਨਮੈਂਟ ਨੂੰ ਟੱਕਰ ਦੇਵੇ ਤੇ ਉਹਦੇ ਨਾਲ ਬਹੁਤ ਜ਼ਿਆਦਾ ਕੇਸ ਵੀ ਨਹੀਂ ਸੀ ਹੈਂਡਲ ਹੋਏ ਤੇ ਅੱਜ ਕਾਫੀ ਥਾਵਾਂ ਦੇ ਉੱਤੇ ਲੋਕਾਂ ਵੱਲੋਂ ਵੀ ਇਹੀ ਗੱਲ ਕਹੀ ਜਾ ਰਹੀ ਹੈ ਕਿ ਜਿਹੜੀ ਅਲਬਰਟਾ ਦੀ ਗਵਰਨਮੈਂਟ ਹੈ ਉਹ ਆਪਣਾ ਫੇਸ ਥੋੜਾ ਚੇਂਜ ਕਰੇ ਤੇ ਫੈਡਰਲ ਗਵਰਨਮੈਂਟ ਦੀ ਐਪ ਨੂੰ ਯੂਜ਼ ਕਰੇ ਤਾਂ ਕਿ ਕੇਸਿਸ ਨੂੰ ਜਲਦੀ ਟਰੈਕ ਕੀਤਾ ਜਾ ਸਕੇ ਕਿਉਂਕਿ ਅੱਜ ਦੇ ਜਿਹੜੇ ਕੇਸ ਆਏ ਨੇ 1265 ਨਵੇਂ ਕੇਸ ਆਏ ਆ ਪਿਛਲੇ 24 ਘੰਟਿਆਂ ਦੇ ਵਿੱਚ 9 ਨਵੀਆਂ ਡੈਥਸ ਹੋਈਆਂ ਨੇ ਤੇ ਕੋਵਿਡ ਦੇ ਰਿਲੇਟਡ ਹੁਣ ਤੱਕ ਸੂਬੇ ਦੇ ਵਿੱਚ 500 ਡੈਥਸ ਹੋ ਚੁੱਕੀਆਂ ਨੇ ਸੋ ਇਹ ਕਾਫੀ ਵੱਡੀ ਚਿੰਤਾ ਦੀ ਗੱਲ ਹੈ ਤੇ ਇਹਦੇ ਨਾਲ ਹੀ ਇੰਡੋਰ ਗੈਦਰਿੰਗਸ ਜਿਹੜੀਆਂ ਨੇ ਬੰਦ ਕਰ ਦਿੱਤੀਆਂ ਗਈਆਂ ਰੈਸਟੋਰੈਂਟ ਡਾਈਨਿੰਗ ਜਿਹੜੀਆਂ ਨੇ ਉਹਨਾਂ ਨੂੰ ਘਟਾ ਦਿੱਤਾ ਗਿਆ ਹੈ ਤੇ ਇਸ ਤੋਂ ਬਾਅਦ ਗੱਲ ਕੀਤੀ ਜਾਵੇ ਸਸਕੈਚੁਅਨ ਸੂਬੇ ਦੀ ਸਸਕੈਚੁਅਨ ਦੇ ਵਿੱਚ ਵੀ ਨਵੀਆਂ ਰੈਸਟ੍ਰਿਕਸ਼ਨਸ ਅੱਜ ਅਪਲਾਈ ਕੀਤੀਆਂ ਗਈਆਂ ਨੇ ਸਸਕੈਚੁਅਨ ਦੇ ਵਿੱਚ ਨੰਬਰਸ ਜਿਹੜੇ ਨੇ 200 300 ਦੇ ਲਾਗੇ ਜਾ ਕੇ ਜਾ ਰਹੇ ਸਨ ਬਟ ਹੁਣ 164 ਨਵੇਂ ਕੇਸ ਆਏ ਆ ਪਿਛਲੇ 24 ਘੰਟਿਆਂ ਦੇ ਵਿੱਚ ਤੇ ਸਪੋਰਟ ਕੰਪੀਟੀਸ਼ਨ ਗੈਦਰਿੰਗਸ ਰੈਸਟੋਰੈਂਟ ਦੀਆਂ ਗੈਦਰਿੰਗਸ ਜਾਂ ਡਾਈਨਿੰਗ ਜਿਹੜੀਆਂ ਨੇ ਉਹ ਬੰਦ ਕਰ ਦਿੱਤੀਆਂ ਗਈਆਂ ਨਵੀਂ ਰੈਸਟ੍ਰਿਕਸ਼ਨਸ ਦੇ ਵਿੱਚ ਇਸ ਤੋਂ ਬਾਅਦ ਇੱਕ ਹੋਰ ਜਿਹੜੀ ਵੱਡੀ ਖਬਰ ਹੈ ਓਨਟਾਰੀਓ ਦੇ ਵਿੱਚ ਕੋਵਿਡ-19 ਦੇ ਕੇਸਿਸ ਜਿਹੜੇ ਨੇ ਥੋੜੇ ਘਟੇ ਆ 1500 ਤੋਂ ਥੱਲੇ ਆਈ ਹੈ ਰੇਸ਼ੋ 1373 ਨਵੇਂ ਕੇਸ ਆਏ ਪਿਛਲੇ 24 ਘੰਟਿਆਂ 'ਚ ਤੇ 35 ਨਵੀਆਂ ਮੌਤਾਂ ਹੋਈਆਂ ਨੇ ਸੋ ਇੱਥੇ ਵੀ ਨੰਬਰ ਜਿਹੜੇ ਨੇ ਬਹੁਤ ਹੈਰਾਨੀਜਨਕ ਨੇ ਉਸ ਤੋਂ ਬਾਅਦ BC ਦੇ ਵਿੱਚ ਇੱਕ ਬੜੀ ਵੱਡੀ ਖਬਰ ਸਾਹਮਣੇ ਆਈ ਸੀਗੀ ਵੀ BC ਦੇ ਜਿਹੜੇ ਟੀਚਰਸ ਯੂਨੀਅਨ ਨੇ ਉਹਨਾਂ ਦੇ ਜਿਹੜੇ ਲੀਡਰ ਨੇ ਉਹਨਾਂ ਨੇ ਪ੍ਰੈਜ਼ੀਡੈਂਟ ਨੇ ਕਿਹਾ ਕਿ ਮਾਸਕ ਵੇਅਰਿੰਗ ਕਲਚਰ ਨੂੰ ਵਧਾਵਾ ਦਿੱਤਾ ਜਾਵੇ ਸੂਬੇ 'ਚ ਕਿਉਂਕਿ ਸੂਬੇ ਦੇ ਵਿੱਚ ਪਬਲਿਕ ਥਾਵਾਂ ਦੇ ਉੱਤੇ ਸਾਰੀਆਂ ਦੇ ਉੱਤੇ ਇੱਕ ਤਰ੍ਹਾਂ ਮਾਸਕ ਮੈਂਡੇਟਰੀ ਕਰ ਦਿੱਤੇ ਗਏ ਨੇ $230 ਦੀ ਟਿਕਟ ਤੁਹਾਨੂੰ ਜਿਹੜੇ ਬਾਈ ਲਾਅ ਵਾਲੇ ਦੇ ਸਕਦੇ ਨੇ ਕਈ ਥਾਵਾਂ ਦੇ ਉੱਤੇ ਟਿਕਟ ਹੋਰ ਜ਼ਿਆਦਾ ਮਹਿੰਗੀ ਹੈ ਟਰਾਂਸਲਿੰਕ ਵਾਲਿਆਂ ਨੂੰ ਐਲਾਨ ਕੀਤਾ ਵੀ ਉਹਨਾਂ ਦੀ ਟਿਕਟ ਜਿਹੜੀ ਹੈ $130 ਤੋਂ $150 ਦੇ ਵਿਚਕਾਰ ਹੋ ਸਕਦੀ ਹੈ ਜੇਕਰ ਤੁਸੀਂ ਮਾਸਕ ਨਹੀਂ ਪਾਉਂਦੇ ਸੋ ਇਹਨਾਂ ਚੀਜ਼ਾਂ ਦਾ ਧਿਆਨ ਰੱਖਦੇ ਹੋਏ ਉਹਨਾਂ ਨੇ ਕਿਹਾ ਕਿ ਅਸੀਂ ਸਕੂਲਾਂ ਦੇ ਵਿੱਚ ਮਾਸਕ ਮੈਂਡੇਟਰੀ ਨਹੀਂ ਕਰ ਸਕਦੇ ਪਰ ਪੇਰੈਂਟਸ ਪਲੀਜ਼ ਆਪਣੇ ਬੱਚਿਆਂ ਨੂੰ ਥੋੜਾ ਜਿਹਾ ਮਾਸਕ ਵੇਅਰਿੰਗ ਕਲਚਰ ਵੱਲ ਨੂੰ ਵਧਾਵਾ ਦੇਣ ਤਾਂ ਕਿ ਵੀ ਇਹਨਾਂ ਚੀਜ਼ਾਂ ਨੂੰ ਜਿਹੜਾ ਇਸ ਐਪੀਡੈਮਿਕ ਨੂੰ ਜਿਹੜਾ ਉਹ ਕ੍ਰਾਸ ਜਿਹੜਾ ਉਹ ਪੋਲੀਨੇਸ਼ਨ ਤੋਂ ਰੋਕਿਆ ਜਾ ਸਕੇ ਵੀ ਕਿਉਂਕਿ ਕੇਸਿਸ ਜਿਹੜੇ ਅਸੀਂ ਦੇਖਦੇ ਹਾਂ ਹਸਪੀਟਲਸ ਤੋਂ ਸਾਹਮਣੇ ਆ ਰਹੇ ਹੈਲਥ ਕੇਅਰ ਫੈਸਿਲਿਟੀਜ਼ ਲੌਂਗ ਟਰਮ ਕੇਅਰ ਫੈਸਿਲਿਟੀਜ਼ ਤੇ ਉਸ ਤੋਂ ਬਾਅਦ ਸਕੂਲਾਂ ਦੇ ਵਿੱਚ ਮੈਕਸਿਮਮ ਜਿਹੜੇ ਮਾਮਲੇ ਨੇ ਸਾਹਮਣੇ ਆ ਰਹੇ ਆ ਸੋ ਬੱਚਿਆਂ ਦੇ ਵਿੱਚ ਜੇ ਇਹ ਚੀਜ਼ ਅਸੀਂ ਪਾ ਦਾਂਗੇ ਤੇ ਕਿਤੇ ਨਾ ਕਿਤੇ ਜਿੰਨੀ ਦੇਰ ਤੱਕ ਵੈਕਸੀਨ ਆਉਂਦੀ ਹੈ ਨੰਬਰਸ ਦਾ ਜਿਹੜਾ ਕਰਵ ਆ ਉਹਨੂੰ ਅਸੀਂ ਘਟਾ ਕੇ ਥੋੜਾ ਜਿਹਾ ਥੱਲੇ ਲੈ ਕੇ ਆ ਸਕਦੇ ਹਾਂ ਸੋ ਇਹਦੇ ਨਾਲ ਹੀ ਇੱਕ ਮਨਦੀਪ ਜੀ ਤੁਹਾਨੂੰ ਯਾਦ ਹੋਣਾ ਕਿ ਮੈਂ ਪਿਛਲੇ ਦਿਨੀ ਇੰਟਰਨੈਸ਼ਨਲ ਫਲਾਈਟਸ ਦੀ ਇੱਕ ਲਿਸਟ ਸਾਂਝੀ ਕੀਤੀ ਸੀਗੀ ਜਿਹਦੇ ਵਿੱਚ ਕੋਵਿਡ-19 ਦੇ ਪ੍ਰੋਜੈਕਟਡ ਕੇਸ ਹੋ ਸਕਦੇ ਨੇ ਅੱਛਾ ਉਸ ਲਿਸਟ ਦੇ ਵਿੱਚ ਇੱਕ ਹੋਰ ਜਿਹੜੀ ਨਵੀਂ ਅਪਡੇਟ ਆਈ ਹੈ ਤੇ ਇਸ ਵਾਰ ਦੀ ਜਿਹੜੀ ਅਪਡੇਟ ਆਈ ਹੈ ਇਹ ਬਹੁਤ ਜ਼ਿਆਦਾ ਪ੍ਰੀਸਾਈਜ਼ ਹੈ ਮਤਲਬ ਵੀ ਦਾਦ ਦੇਣੀ ਪਏਗੀ ਜਿਨ੍ਹਾਂ ਨੇ ਇਹ ਰਿਪੋਰਟ ਕੰਪਾਈਲ ਕੀਤੀ ਹੈ ਸੋ ਰਿਪੋਰਟ ਹੈਗੀ ਹੈ ਨਵੰਬਰ 14 ਨੂੰ ਵੈਸਟ ਜੈਟ ਦੀ ਫਲਾਈਟ ਸੀਗੀ 133 ਨੰਬਰ ਕੈਲਗਰੀ ਟੂ ਵੈਨਕੂਵਰ ਇਹਦੇ ਵਿੱਚ ਰੋ 3 ਤੋਂ ਲੈ ਕੇ ਰੋ 9 ਤੱਕ ਦੇ ਵਿੱਚ ਕੋਈ ਪੋਜ਼ਿਟਿਵ ਕੇਸ ਸੀਗਾ ਸੋ ਇਹਨਾਂ ਲੋਕਾਂ ਨੂੰ ਬਾਰ-ਬਾਰ ਹਦਾਇਤ ਹੈ ਵੀ ਇਹ ਆਪਣੀ ਟੈਸਟਿੰਗ ਜ਼ਰੂਰ ਕਰਾ ਲੈਣ ਉਸ ਤੋਂ ਬਾਅਦ ਨਵੰਬਰ 16 ਨੂੰ ਸੂਪ 에ਅਰਲਾਈਨ ਦੀ ਇੱਕ ਫਲਾਈਟ ਸੀਗੀ 109 ਨੰਬਰ ਹੈਮਿਲਟਨ ਤੋਂ ਐਬਟਸਫੋਰਡ ਆਈ ਹੈ ਰੋ 15 ਤੋਂ ਲੈ ਕੇ ਰੋ 21 ਦੇ ਵਿਚਕਾਰ ਕੋਈ ਪੋਜ਼ਿਟਿਵ ਕੇਸ ਸੀਗਾ ਸੋ ਇਹਨਾਂ ਲੋਕਾਂ ਨੂੰ ਵੀ ਧਿਆਨ ਰੱਖਣਾ ਚਾਹੀਦਾ ਨਵੰਬਰ 18 ਨੂੰ ਤੇ 2-3 ਫਲਾਈਟਸ ਨੇ ਨਵੰਬਰ 18 ਨੂੰ 에ਅਰ ਕੈਨੇਡਾ ਦੀ ਇੱਕ ਫਲਾਈਟ ਹੈ ਜੈਜ਼ ਫਲਾਈਟ ਜਿਹਨੂੰ ਕਹਿੰਦੇ ਆ 8075 ਉਹਦਾ ਨੰਬਰ ਹੈ ਵੈਨਕੂਵਰ ਟੂ ਵਿਕਟੋਰੀਆ ਉਹਦੀ ਰੋ 11 ਤੋਂ ਰੋ 17 ਦੇ ਵਿੱਚ ਪੋਜ਼ਿਟਿਵ ਕੇਸ ਸੀਗਾ 에ਅਰ ਕੈਨੇਡਾ ਦੀ ਫਲਾਈਟ 8247 ਜਿਹੜੀ ਟੈਰਸ ਤੋਂ ਵੈਨਕੂਵਰ ਆਈ ਹੈ ਰੋ 12 ਤੋਂ 18 ਦੇ ਵਿੱਚ ਪੋਜ਼ਿਟਿਵ ਕੇਸ ਸੀਗਾ ਸੋ ਇਸ ਤੋਂ ਬਾਅਦ ਨਵੰਬਰ 19 ਨੂੰ 에ਅਰ ਕੈਨੇਡਾ ਦੀ ਇੱਕ ਫਲਾਈਟ ਸੀਗੀ 123 ਨੰਬਰ ਟੋਰਾਂਟੋ ਤੋਂ ਵੈਨਕੂਵਰ ਰੋ 18 ਤੋਂ ਰੋ 21 ਦੇ ਵਿੱਚ ਕਿਤੇ ਨਾ ਕਿਤੇ ਇੱਕ ਪੋਜ਼ਿਟਿਵ ਕੇਸ ਸੀਗਾ ਸੋ ਨਵੰਬਰ 19 ਨੂੰ 에ਅਰ ਕੈਨੇਡਾ ਦੀ ਇੱਕ ਫਲਾਈਟ ਆਈ ਹੈ 8081 ਵੈਨਕੂਵਰ ਟੂ ਵਿਕਟੋਰੀਆ ਕੋਵਿਡ ਰੋ ਜਿਹੜੀ ਹੈ ਉਹਦੇ ਵਿੱਚ ਕੋਵਿਡ ਦੇ ਰਿਲੇਟਡ ਕੇਸ ਸੀਗਾ ਉਹ ਰੋ 1 ਟੂ ਰੋ 5 ਦੇ ਵਿੱਚ ਹੋ ਸਕਦਾ ਨਵੰਬਰ 19 ਨੂੰ ਯੂਨਾਈਟਿਡ 에ਅਰਲਾਈਨ ਦੀ ਇੱਕ ਫਲਾਈਟ ਆਈ ਹੈ ਇੰਟਰਨੈਸ਼ਨਲ ਸੈਨ ਫਰਾਂਸਿਸਕੋ ਟੂ ਵੈਨਕੂਵਰ ਇਹਦੀ ਰੋਜ਼ ਦੇ ਬਾਰੇ ਹਜੇ ਤੱਕ ਪੁਸ਼ਟੀ ਨਹੀਂ ਹੋਈ ਪਰ ਇਹਦੇ ਵਿੱਚ ਵੀ ਮੰਨਿਆ ਜਾ ਰਿਹਾ ਵੀ ਜਿਹੜੇ ਲੋਕ ਇਹਦੇ 'ਚ ਆਏ ਨੇ ਪਲੀਜ਼ ਜਿਹੜੀ ਆ ਸੋਸ਼ਲ ਗੈਦਰਿੰਗ ਜਿਹੜੀ ਅਵੋਇਡ ਕਰਨ ਤੇ ਹੋ ਸਕੇ ਤੇ ਕੁਆਰੰਟਾਈਨ ਕਰਨ ਆਪਣੇ ਆਪ ਨੂੰ ਸੋ ਇਹ ਮੈਨੂੰ ਲੱਗਦਾ ਵੀ ਕਾਫੀ ਵੱਡੇ ਇੱਕ ਤਰ੍ਹਾਂ ਨੰਬਰਸ ਨੇ ਪ੍ਰੋਜੈਕਸ਼ਨਸ ਜਿਹੜੀਆਂ ਨੇ ਬਹੁਤ ਪ੍ਰੀਸਾਈਜ਼ ਹੈ ਸੋ ਲੋਕਾਂ ਨੂੰ ਧਿਆਨ ਰੱਖਣਾ ਚਾਹੀਦਾ ਇਸ ਚੀਜ਼ ਦਾ ਤੇ ਦਾਦ ਦੇਣੀ ਪਵੇਗੀ ਜਿਹਨੇ ਲਿਸਟ ਕੰਪਾਈਲ ਕੀਤੀ ਹੈ ਕਿਉਂਕਿ ਜਿੰਨੀ ਸਟੀਕਤਾ ਦੇ ਨਾਲ ਇਹ ਚੀਜ਼ ਦੱਸੀ ਗਈ ਹੈ ਸੋ ਜਿਨ੍ਹਾਂ ਵੀ ਰੋਜ਼ ਦੇ ਵਿੱਚ ਜਿਹੜੇ ਬੰਦੇ ਬੈਠੇ ਹੋਏ ਸਨ ਉਹਨਾਂ ਨੂੰ ਹਦਾਇਤ ਹੈ ਕਿ ਉਹ ਪਲੀਜ਼ ਆਪਣਾ ਧਿਆਨ ਰੱਖਣ ਤੇ ਸੋਸ਼ਲ ਗੈਦਰਿੰਗ 'ਚ ਨਾ ਜਾਣ ਤਾਂ ਜੋ ਇਸ ਚੀਜ਼ ਨੂੰ ਘਟਾਇਆ ਜਾ ਸਕੇ ਜੀ ਬਿਲਕੁਲ ਔਰ ਮੇਰੇ ਖਿਆਲ ਨਾਲ ਪਹਿਲਾਂ ਵੀ ਜਿਹੜੀਆਂ ਫਲਾਈਟਾਂ ਦੇ ਨੰਬਰ ਆਉਂਦੇ ਆ ਉਹ ਬਕਾਇਦਾ ਦੱਸਿਆ ਜਾਂਦਾ ਕਿ ਇਹ ਜਿਹੜਾ ਯਾਤਰੀ ਹੈ ਇਸ ਰੋ ਦੇ ਵਿੱਚ ਬੈਠਿਆ ਸੀ ਸੋ ਇਸ ਕਰਕੇ ਜਿਹੜਾ ਉਸ ਕਤਾਰ ਦੇ ਨੇੜੇ ਤੇੜੇ ਤੇ ਯਾਤਰੀ ਆ ਹਾਲਾਂਕਿ ਮਾਸਕ ਵਗੈਰਾ ਪਹਿਨਿਆ ਹੁੰਦਾ ਬਹੁਤ ਸਾਰੇ ਮੈਂ ਤਾਂ ਯਾਤਰੀ ਦੇਖਿਆ ਉਹਨਾਂ ਨੇ ਜਿਹੜੀਆਂ PPE ਕਿੱਟਾਂ ਆ ਉਹ ਵੀ ਪਾਈਆਂ ਹੁੰਦੀਆਂ ਆ
ਫੇਸ ਸ਼ੀਲਡ ਜਿਹੜੀ ਆ ਉਹ ਵੀ ਪਾਈ ਹੁੰਦੀ ਆ, ਸੋ ਗਲਵਸ ਵਗੈਰਾ ਵੀ ਪਾਏ ਹੁੰਦੇ ਆ। ਬਹੁਤ ਸੇਫ ਟਰੈਵਲ ਕਈ ਲੋਕ ਕਰਦੇ ਆ, ਪਰ ਕਈ ਲੋਕ ਸਿਰਫ ਮਾਸਕ ਹੀ ਪਾਉਂਦੇ ਆ ਤੇ ਉਹਨਾਂ ਨੂੰ ਵਿਚਾਰਿਆਂ ਨੂੰ ਕਈ ਵਾਰ ਤਕਲੀਫ ਹੁੰਦੀ ਆ, ਉਹ ਵੀ ਨੱਕ ਤੋਂ ਥੱਲੇ ਕੀਤਾ ਹੁੰਦਾ ਆ। ਸੋ ਉਹਨਾਂ ਲਈ ਮੈਨੂੰ ਲੱਗਦਾ ਕਿ ਜ਼ਿਆਦਾ ਖਤਰੇ ਦੀ ਗੱਲ ਹੈ ਕਿ ਜੇਕਰ ਉਹ ਇਸ ਯਾਤਰੀਆਂ ਦੇ ਨੇੜੇ ਤੇੜੇ ਸੀਗੇ ਤਾਂ ਉਹਨਾਂ ਨੂੰ ਫਿਰ ਕੁਆਰੰਟੀਨ ਜਿਹੜਾ ਉਹ ਕਰ ਲੈਣਾ ਚਾਹੀਦਾ ਤੇ ਆਪਣੇ ਟੈਸਟ ਵੀ ਕਰਵਾ ਲੈਣੇ ਚਾਹੀਦੇ ਆ। ਤੁਸੀਂ ਰੈਪਿਡ ਟੈਸਟ ਦਾ ਜ਼ਿਕਰ ਕੀਤਾ ਸੀ, ਕੈਲਗਰੀ ਵਿੱਚ ਕਾਫੀ ਦਿਨ ਦਾ ਸ਼ੁਰੂ ਹੋਇਆ, ਹੁਣ ਅੰਟਾਰੀਓ ਵਿੱਚ ਵੀ ਜਿਹੜੀ ਆ ਇਹ ਸਰਕਾਰ ਸ਼ੁਰੂ ਕਰਨ ਜਾ ਰਹੀ ਆ। ਸੋ ਕੀ ਲੱਗਦਾ ਕਿ ਜਿਹੜੀ ਇਹ, ਕਿਉਂਕਿ ਅਕਸਰ ਇਹੀ ਗੱਲ ਕੀਤੀ ਜਾ ਰਹੀ ਸੀ, ਪਹਿਲਾਂ ਵੀ ਡਗ ਫੂਡ ਇਹ ਗੱਲ ਕਰ ਰਹੇ ਸੀ ਕਿ ਅੰਟਾਰੀਓ ਦਾ ਹਰ ਵਿਅਕਤੀ ਕੋਵਿਡ ਟੈਸਟ ਜ਼ਰੂਰ ਕਰਵਾ ਲਵੇ, ਕਿਉਂਕਿ ਉਹ ਕਹਿੰਦੇ ਸੀ ਕਿ ਟੈਸਟਿੰਗ ਫਿਲਹਾਲ ਇੱਕੋ ਇੱਕ ਇਹੋ ਜਿਹਾ ਰਸਤਾ ਆ ਜਿਹਨਾਂ ਕੋਵਿਡ ਨੂੰ ਰੋਕਿਆ ਜਾ ਸਕਦਾ। ਬਾਕੀ ਸੂਬਿਆਂ 'ਚ ਕੋਈ ਖਬਰ ਹੈ ਕਿ ਉੱਥੇ ਵੀ ਰੈਪਿਡ ਟੈਸਟ ਹੋਣੇ ਸ਼ੁਰੂ ਹੋ ਰਹੇ ਨੇ? ਮਨਦੀਪ, ਇੰਟੀਰੀਅਰ ਜਿਹੜੇ ਰੀਜਨ ਦੇ ਵਿੱਚ ਸਾਡੇ ਕੋਲ ਜਿਹੜੇ ਪ੍ਰੋਵਿੰਸਸ ਨੇ, ਮੈਨੀਟੋਬਾ ਜਾਂ ਸਸਕੈਚੁਅਨ, ਇਹਨਾਂ ਵਿੱਚੋਂ ਹਜੇ ਸਾਡੇ ਕੋਲ ਇਦਾਂ ਦੀ ਕੋਈ ਡਿਟੇਲ ਨਹੀਂ ਆਈ। ਪਰ ਮੈਨੂੰ ਕਿਤੇ ਨਾ ਕਿਤੇ ਇਹ ਚੀਜ਼ ਲੱਗਦੀ ਹੈ ਵੀ ਕੁਝ ਚੀਜ਼ਾਂ ਆਪਸ ਵਿੱਚ ਬਹੁਤ ਬੁਰੀ ਤਰ੍ਹਾਂ ਕਲੈਸ਼ ਕਰ ਰਹੀਆਂ। 에ਅਰ ਕੈਨੇਡਾ ਨੇ ਅੱਜ ਕੁਝ ਫਲਾਈਟਾਂ ਦੇ ਨਾਮ ਅਨਾਉਂਸ ਕੀਤੇ ਨੇ, ਇਹ ਫਲਾਈਟਸ ਨਹੀਂ, ਕੁਝ ਨਵੀਆਂ ਫਲਾਈਟਸ ਅਨਾਉਂਸ ਕੀਤੀਆਂ ਜਿਹੜੀਆਂ ਦੀ ਸਰਵਿਸ ਉਹ ਬਹਾਲ ਕਰ ਰਹੇ, ਦੁਬਾਰਾ ਸ਼ੁਰੂ ਹੋਣ ਵਾਲੀਆਂ ਨੇ ਜੀ। ਸੋ ਉਹ ਫਲਾਈਟਸ ਹੁਣ ਅਗਲੇ ਮਹੀਨੇ ਤੋਂ ਸ਼ੁਰੂ ਹੋਣਗੀਆਂ। ਸੋ ਦਸੰਬਰ ਆਉਣ ਵਾਲਾ, ਮੈਨੂੰ ਲੱਗਦਾ ਵੀ ਅੱਜ 25 ਤਰੀਕ ਹੋ ਗਈ ਹੈ, 5 ਦਿਨ ਰਹਿ ਗਏ। ਸੋ ਨਵੀਆਂ ਫਲਾਈਟਸ ਦਾ ਐਲਾਨ ਵੀ ਹੋਈ ਜਾ ਰਿਹਾ। ਉਧਰੋਂ ਕੇਸਿਸ ਦੇ ਜਿਹੜੇ ਕਰਵ ਨੇ ਉਹ ਉੱਤੇ ਦਾ ਉੱਤੇ ਜਾ ਰਿਹਾ, ਉਹ ਵੀ ਘਟਣ ਦਾ ਨਾਮ ਨਹੀਂ ਲੈ ਰਿਹਾ। ਤੇ ਰੈਪਿਡ ਟੈਸਟਿੰਗ ਜਿਹੜਾ ਆ ਓਨਟਾਰੀਓ ਦੇ ਵਿੱਚੋਂ ਕੋਈ ਬਹੁਤ ਪੋਜ਼ਿਟਿਵ ਨੰਬਰਸ ਨਹੀਂ ਸਾਹਮਣੇ ਆ ਰਹੇ। 300 ਕੇਸ ਹੀ ਘਟੇ ਨੇ, 1000 ਤੋਂ ਫਿਰ ਵੀ ਉੱਪਰ ਆ ਤੇ 35 ਮੌਤਾਂ ਹੋ ਗਈਆਂ ਪਿਛਲੇ 24 ਘੰਟਿਆਂ 'ਚ। ਇਹ ਨੰਬਰਸ ਬਹੁਤ ਹੈਰਾਨੀਜਨਕ ਨੇ ਜੀ। ਪਰ ਰੈਪਿਡ ਟੈਸਟਿੰਗ ਜਿਹੜੀ ਆ ਉਹ ਆਪਣੇ ਆਪ ਦੇ ਵਿੱਚ ਕਾਫੀ ਫਾਇਦੇਮੰਦ ਹੋਏਗੀ। ਪਰ ਐਲਬਰਟਾ ਦੇ ਨੰਬਰਸ ਵੀ ਕਿਤੇ ਸਾਹਮਣੇ ਨਹੀਂ ਆਉਂਦੇ ਵੀ ਉਹਨਾਂ ਦੇ ਵਿੱਚ ਪੋਜ਼ਿਟਿਵ ਚੀਜ਼ਾਂ ਨੇ, ਕਿਉਂਕਿ ਰੈਪਿਡ ਟੈਸਟਿੰਗ ਜਿਹੜੀ ਹੈ ਗਰਾਊਂਡ ਲੈਵਲ ਦੇ ਉੱਤੇ ਮੈਨੂੰ ਨਹੀਂ ਲੱਗਦਾ ਵੀ ਉਹਦੀ ਹਜੇ ਤੱਕ ਸਾਡੇ ਕੋਲ ਕਲੀਅਰ ਪ੍ਰੋਜੈਕਸ਼ਨ ਆਈ ਹੈ। ਜੋ ਚੀਜ਼ ਐਲਾਨ ਕਰ ਦਿੱਤੀ ਜਾਵੇ ਤੇ ਸੂਬੇ ਦੇ ਵਿੱਚ ਜਿਹੜੇ ਕੇਸ ਐਂਟਰ ਹੋਣਗੇ ਉਹਨਾਂ ਦੇ ਉੱਤੇ ਜ਼ਰੂਰ ਜਿਹੜੀ ਹੈ ਥੋੜੀ ਰੋਕਥਾਮ ਕੀਤੀ ਜਾ ਸਕਦੀ ਹੈ। ਬਿਲਕੁਲ, ਔਰ ਕਿਉਂਕਿ ਫੈਡਰਲ ਸਰਕਾਰ ਨੇ ਮਿਲੀਅਨਸ ਦੀ ਜਿਹੜੀ ਆ ਤਾਦਾਦ ਵਿੱਚ ਇਹ ਕਿੱਟਾਂ ਖਰੀਦੀਆਂ ਸੀਗੀਆਂ। ਸੋ ਦੇਖਦੇ ਆ ਕਿੰਨਾ ਕੰਮ ਕਰਦੀਆਂ। ਉਮੀਦ ਇਹ ਵੀ ਕੀਤੀ ਜਾ ਰਹੀ ਸੀ ਕਿ ਜੇਕਰ ਰੈਪਿਡ ਟੈਸਟ ਹੋਰ, ਜਿਵੇਂ ਕਿ ਕੈਲਗਰੀ 에ਅਰਪੋਰਟ ਤੇ ਸਭ ਤੋਂ ਪਹਿਲਾਂ ਜਿਹੜਾ ਨਵੰਬਰ ਦੀ ਸ਼ੁਰੂਆਤ ਵਿੱਚ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਸੀ, ਜੇ ਸਫਲ ਰਿਹਾ ਤਾਂ ਹੋਰ ਸੂਬੇ ਦੇ ਵੱਡੇ 에ਅਰਪੋਰਟਸ ਜਿਵੇਂ ਵੈਨਕੂਵਰ, ਟੋਰਾਂਟੋ ਦਾ ਪੀਅਰਸਨ ਆ ਜਾਂ ਮੌਂਟਰੀਅਲ ਦਾ ਵੱਡਾ 에ਅਰਪੋਰਟ ਆ, ਉੱਥੇ ਵੀ ਇਹ ਜਿਹੜੀ ਆ ਸ਼ੁਰੂ ਕੀਤੀ ਜਾ ਸਕਦੀ ਆ। ਤਾਂ ਫਿਰ ਲੋਕ ਉਮੀਦ ਇਹ ਵੀ ਕਰ ਰਹੇ ਸੀ ਕਿ ਸ਼ਾਇਦ ਇਹਦੇ ਨਾਲ ਜਿਹੜੇ ਵਿਜ਼ਟਰਸ ਹਾਲੇ ਤੱਕ ਅਲਾਉ ਨਹੀਂ ਕੀਤੇ ਉਹ ਵੀ ਅਲਾਉ ਹੋ ਜਾਣਗੇ। ਸੋ ਦੇਖਦੇ ਆ। ਪਰ ਜਿਹੜੇ ਫਿਲਹਾਲ ਕੇਸ ਵੱਧ ਰਿਹਾ, ਹਾਲੇ ਲੱਗਦਾ ਕਿ ਘੱਟੋ ਘੱਟ ਵੈਕਸੀਨ ਦਾ ਇੰਤਜ਼ਾਰ ਤਾਂ ਸਾਨੂੰ ਕਰਨਾ ਪਊਗਾ। ਤੇ ਉਧਰੋਂ ਟਰੂਡੋ ਸਾਹਿਬ ਕਹਿ ਰਹੇ ਨੇ ਕਿ ਵੈਕਸੀਨ ਜਿਹੜੀ ਆ ਸਾਨੂੰ ਅਮਰੀਕਾ, ਇੰਗਲੈਂਡ ਤੇ ਜਰਮਨ ਤੋਂ ਜਿਹੜੀ ਆ ਉਹ ਲੇਟ ਮਿਲੂਗੀ, ਕਿਉਂਕਿ ਸਾਡੇ ਕੈਨੇਡਾ ਦੇ ਵਿੱਚ ਇੰਨੀ ਸਮਰੱਥਾ ਨਹੀਂ ਕਿ ਅਸੀਂ ਇੱਥੇ ਮੈਨੂਫੈਕਚਰ ਕਰ ਸਕੀਏ, ਪ੍ਰੋਡਕਸ਼ਨ ਕਰ ਸਕੀਏ, ਤੇ ਸਾਨੂੰ ਇਹਨਾਂ ਮੁਲਕਾਂ ਤੇ ਜਿਹੜਾ ਨਿਰਭਰ ਹੋਣਾ ਪਵੇਗਾ। ਤੇ ਉਹ ਤਾਂ ਹੁਣ ਫਿਰ ਬਈ ਪਹਿਲਾਂ ਆਪਣੇ ਘਰੇ ਟੀਕੇ ਲਾਉਣਗੇ ਫਿਰ ਸਾਨੂੰ ਦੇਣਗੇ। ਸੋ ਦਸੰਬਰ ਦੇ ਵਿੱਚ, ਜਿਵੇਂ ਆਪਾਂ ਕੱਲ ਵੀ ਜ਼ਿਕਰ ਕੀਤਾ ਸੀ ਕਿ ਦਸੰਬਰ ਦੇ ਵਿੱਚ ਜਿਹੜਾ ਟੀਕਾਕਰਨ ਆ ਅਮਰੀਕਾ ਸ਼ੁਰੂ ਹੋ ਸਕਦਾ ਆ। ਇੰਗਲੈਂਡ ਦੇ ਵਿੱਚ ਅਪਾਇੰਟਮੈਂਟਸ ਜਿਹੜੀਆਂ ਬੁੱਕ ਹੋਣੀਆਂ ਸ਼ੁਰੂ ਹੋ ਗਈਆਂ ਨੇ। ਸੋ ਕੈਨੇਡਾ ਵਿੱਚ ਵੀ ਜਿਹੜਾ 2021 ਦੀ ਜਿਹੜੀ ਸ਼ੁਰੂਆਤ ਦੇ ਵਿੱਚ ਟੀਕਾ ਪਹੁੰਚ ਸਕਦਾ ਤੇ ਉਸ ਤੋਂ ਬਾਅਦ ਕੈਨੇਡਾ ਨੇ ਤਿਆਰੀ ਕੀਤੀ ਹੋਈ ਆ, ਆਰਮੀ ਵੀ ਤਿਆਰੀ ਵਿੱਚ ਆ ਕਿ ਜਦੋਂ ਆਵੇ ਸਹੀ ਵੀ ਅਸੀਂ ਉਹਦੀ ਵੰਡ ਲਈ ਤਿਆਰ ਆ। ਸੋ ਮੈਨੂੰ ਲੱਗਦਾ ਕੋਵਿਡ ਦਾ ਆਪਾਂ ਜ਼ਿਕਰ ਕਰ ਲਿਆ। ਜੇ ਕੋਈ ਹੋਰ ਕੋਈ ਹੈਗਾ ਤਾਂ ਆਪਾਂ ਵੈਦਰ ਤੇ ਚੱਲੀਏ। ਜੀ ਮਨਦੀਪ, ਇੱਕ ਲਾਸਟ ਚੀਜ਼ ਜਿਹੜੀ ਰਹਿ ਗਈ, ਉਹ ਮੈਨੂੰ ਲੱਗਦਾ ਵੀ ਇਹਦੇ ਵੱਲ ਸਾਡੇ ਦਰਸ਼ਕਾਂ ਦਾ ਧਿਆਨ ਲਿਆਉਣਾ ਬਹੁਤ ਜ਼ਰੂਰੀ ਹੈ ਜੀ, ਕਿਉਂਕਿ ਮਨਦੀਪ ਇਦਾਂ ਕਿ ਸੁਸਾਇਟੀ ਦੇ ਵਿੱਚ ਟੋਲਰੈਂਸ ਬਹੁਤ ਘਟ ਰਹੀ ਹੈ ਜੀ। ਜਿੱਦਣ ਤੋਂ ਮਾਸਕ ਮੈਂਡੇਟਰੀ ਜਿਹੜੀ ਹਦਾਇਤ ਹੈ ਸੂਬੇ ਦੇ ਵਿੱਚ ਜਾਰੀ ਕੀਤੀ ਗਈ, ਬਾਕੀ ਸੂਬਿਆਂ 'ਚ ਵੀ ਜਾਰੀ ਕੀਤੀ ਗਈ, ਤੁਸੀਂ ਦੇਖਿਆ ਹੋਣਾ ਕਿ ਬੜੀਆਂ ਇਦਾਂ ਦੀਆਂ ਨਿਊਜ਼ ਆਈਆਂ ਨੇ ਜਿਨ੍ਹਾਂ ਦੇ ਵਿੱਚ ਲੋਕਾਂ ਨੇ ਬੜਾ ਵਿਰੋਧ ਕੀਤਾ ਇਸ ਚੀਜ਼ ਦਾ। ਕਈ ਥਾਵਾਂ ਤੇ ਰੈਲੀਆਂ ਹੋਈਆਂ, ਪਰ ਇਹ ਚੀਜ਼ ਤੋਂ ਅਸੀਂ ਪਾਸਾ ਨਹੀਂ ਵੱਟ ਸਕਦੇ ਵੀ ਕਈ ਰੀਟੇਲ ਸਟੋਰਸ ਤੋਂ ਇਦਾਂ ਦੀਆਂ ਐਗਜ਼ਾਮਪਲਸ ਆਉਂਦੀਆਂ ਨੇ ਵੀ ਉਹਨਾਂ ਨੂੰ ਮਾਸਕ ਲੋਕ ਫ੍ਰੀ ਵੀ ਦੇ ਰਹੇ ਆ ਤੇ ਲੋਕ ਮਾਸਕ ਨਹੀਂ ਪਾ ਰਹੇ। ਰੀਟੇਲ ਸਟੋਰ ਦੇ ਵਿੱਚ ਜਿਹੜੇ ਐਸੋਸੀਏਟਸ ਕੰਮ ਕਰ ਰਹੇ ਨੇ ਉਹਨਾਂ ਦੇ ਉੱਤੇ ਥੁੱਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਪੁਲਿਸ ਆ ਕੇ ਟੈਕਲ ਡਾਊਨ ਕਰਦੀ ਹੈ। ਇਹ ਇਨਸੀਡੈਂਟ ਲੈਂਗਲੀ ਦੇ ਵਿੱਚ ਹੋ ਚੁੱਕਾ ਹੈ, ਇਹ ਇਨਸੀਡੈਂਟ ਬਰਨਬੀ ਦੇ ਵਿੱਚ ਹੋ ਚੁੱਕਾ ਹੈ, ਵੈਨਕੂਵਰ ਦੇ ਵਿੱਚ ਹੋ ਚੁੱਕਾ ਹੈ, ਅਨਮਾਸਕ ਰੈਲੀਆਂ ਵੀ ਤਾਂ ਹੋ ਚੁੱਕੀਆਂ ਨੇ ਜੀ ਬਿਲਕੁਲ, ਤੇ ਕਲੋਨਾ ਦੇ ਵਿੱਚ ਹੋ ਚੁੱਕਾ, ਉਸ ਤੋਂ ਬਾਅਦ ਐਡਮਿੰਟਨ ਦੇ ਵਿੱਚ ਹੋ ਚੁੱਕਾ। ਸੋ ਮੈਨੂੰ ਲੱਗਦਾ ਵੀ ਇਹ ਚੀਜ਼ ਵੱਲ ਵੀ ਧਿਆਨ ਲਿਆਉਣਾ ਬਹੁਤ ਜ਼ਰੂਰੀ ਹੈ ਵੀ ਮਾਸਕ ਜਿਹੜੇ ਮੈਂਡੇਟਰੀ ਕੀਤੇ ਗਏ ਇਹ ਲੋਕਾਂ ਦੀ ਪ੍ਰੋਟੈਕਸ਼ਨ ਦੇ ਲਈ ਹੈ, ਵੀ ਇਹ ਤੁਹਾਡੇ ਉੱਤੇ ਥੋਪਿਆ ਨਹੀਂ ਗਿਆ। ਜੇ ਤੁਸੀਂ ਨਹੀਂ ਪਾਉਣਾ ਤੇ ਜੌਨ ਹਾਰਗਨ ਦੀ ਗੱਲ ਬਿਲਕੁਲ ਸਹੀ ਹੈ ਵੀ ਨੋ ਮਾਸਕ ਤੇ ਨੋ ਸਰਵਿਸ। ਇਹ ਚੀਜ਼ ਮੈਨੂੰ ਲੱਗਦਾ ਵੀ ਇਹ ਕਿਤੇ ਨਾ ਕਿਤੇ ਅਪਲਾਈ ਹੋਣੀ ਚਾਹੀਦੀ ਹੈ ਜੀ। ਸੋ ਇਹ ਚੀਜ਼ ਨੂੰ ਕਾਊਂਟਰ ਕੀਤਾ ਜਾਵੇ ਜੀ। ਬਿਲਕੁਲ, ਔਰ ਜਿੱਥੇ ਖੁਦ ਤੋਂ ਆਪਣਾ ਬਚਾਅ ਹੈ ਉੱਥੇ ਅਗਲੇ ਵਿਅਕਤੀ ਦਾ ਜਿਹੜਾ ਹੋਰਾਂ ਲਈ ਵੀ ਉਹਦੇ ਲਈ ਤੁਸੀਂ ਇਹ ਸੁਰੱਖਿਆ ਵਾਲਾ ਕੰਮ ਕਰ ਰਹੇ ਹੋ। ਸੋ ਮਾਸਕ ਪਹਿਨਣਾ ਬਿਲਕੁਲ ਲਾਜ਼ਮੀ ਆ। ਸੋ ਅੰਗਦ, ਜੇ ਆਪਾਂ ਮੌਸਮ ਦੀ ਗੱਲ ਕਰੀਏ ਤਾਂ ਹੁਣ ਲਗਭਗ ਵਿੰਟਰ ਜਿਹੜਾ ਆ ਚੁੱਕਾ ਹੈ। ਕੈਨੇਡਾ ਦੇ ਕਈ ਸੂਬਿਆਂ ਵਿੱਚ ਜਿਹੜੀ ਬਰਫ਼ ਪੈ ਚੁੱਕੀ ਹੈ। ਅਸੀਂ ਦੇਖਿਆ ਕਿ ਟੋਰਾਂਟੋ 'ਚ
ਚੰਗੀ ਬਰਫ਼ਬਾਰੀ ਹੋਈ। BC ਦੇ ਜਿਹੜੇ ਨਾਰਥਰਨ ਏਰੀਆ ਉੱਥੇ ਤਕਰੀਬਨ ਜਿਹੜੀ ਆ ਬਰਫ਼ਬਾਰੀ ਹੋ ਰਹੀ ਆ। ਸੋ ਵੈਦਰ ਨੂੰ ਲੈ ਕੇ ਕਿਸ ਤਰ੍ਹਾਂ ਦੇ ਇਸ ਵਕਤ ਹਾਲਾਤ ਨੇ? ਮਨਦੀਪ, ਸਭ ਤੋਂ ਪਹਿਲਾਂ ਤੇ ਆਪਣੇ ਸੂਬੇ ਦੀ ਗੱਲ ਕਰੀਏ, BC ਦੇ ਜਿਹੜੇ ਵੈਦਰ ਦੇ ਆਪਣੇ ਕੋਲ ਆਈਆਂ ਨੇ ਨਿਊਜ਼ ਆਈਆਂ ਨੇ। BC ਦਾ ਪੀਸ ਰਿਵਰ, ਵਿਲਸਟਨ ਤੇ ਹਾਈਵੇ 97 ਦੇ ਵਿੱਚ ਅੱਜ ਸ਼ਾਮ ਨੂੰ 15 ਤੋਂ 20 ਸੈਂਟੀਮੀਟਰ ਦੀ ਤਾਜ਼ੀ ਸਨੋਫਾਲ ਦੇਖਣ ਨੂੰ ਮਿਲਣੀ ਸੀਗੀ। ਸੋ ਇਹਨਾਂ ਇਲਾਕਿਆਂ ਦੇ ਵਿੱਚ ਧਿਆਨ ਰੱਖਣ ਦੀ ਲੋੜ ਸੀਗੀ। ਉਸ ਤੋਂ ਬਾਅਦ ਸੈਂਟਰਲ ਕੋਸਟ ਦਾ ਜਿੰਨਾ ਰੀਜਨ ਹੈ ਸਾਰੇ ਦੇ ਵਿੱਚ ਭਾਰੀ ਰੇਨਫਾਲ ਦੀ ਵਾਰਨਿੰਗ ਹੈ ਤੇ ਸਪੈਸ਼ਲ ਵੈਦਰ ਦੀ ਵਾਰਨਿੰਗ ਹੈ। ਸਪੈਸ਼ਲ ਵੈਦਰ ਦੀ ਵਾਰਨਿੰਗ ਤੇ ਸੈਂਟਰਲ ਕੋਸਟ ਵਾਲੇ ਇਲਾਕੇ 'ਚ ਹੈ, ਕਲੋਨਾ ਵਾਲੀ ਸਾਈਡ ਉੱਤੇ ਨੂੰ। ਤੇ ਉਸ ਤੋਂ ਬਾਅਦ ਦੂਜਾ ਜਿਹੜਾ ਇਲਾਕਾ ਉਹ ਹੈਗਾ ਸੀ ਟੂ ਸਕਾਈ, ਸਕੁਆਮਿਸ਼ ਵਾਲਾ ਪਾਸਾ। ਇਹ ਇੱਧਰ 100 ਸੈਂਟੀਮੀਟਰ ਤੋਂ ਲੈ ਕੇ 150 ਸੈਂਟੀਮੀਟਰ ਦੀ ਜਿਹੜੀ ਆ ਰੇਨਫਾਲ ਦਰਜ ਕੀਤੀ ਜਾਣੀ ਹੈ ਅੱਜ ਤੋਂ ਲੈ ਕੇ ਕੱਲ ਸਵੇਰ ਤੱਕ। ਸੋ ਇਹ ਸਪੈਸ਼ਲ ਵੈਦਰ ਵਾਰਨਿੰਗ ਜਿਹੜੀ ਆ, ਮੈਨੂੰ ਲੱਗਦਾ ਵੀ ਇਹ ਬੜਾ ਹਾਈਲਾਈਟਡ ਇੱਕ ਟੌਪਿਕ ਹੁੰਦਾ ਵੀ ਸਪੈਸ਼ਲ ਵੈਦਰ ਵਾਰਨਿੰਗ ਉਦੋਂ ਹੀ ਜਾਰੀ ਕੀਤੀ ਜਾਂਦੀ ਹੈ ਜਦੋਂ ਪਤਾ ਹੋਵੇ ਵੀ ਇਹ ਕੰਡੀਸ਼ਨਸ ਜਿਹੜੀਆਂ ਨੇ ਕਈ ਥਾਵਾਂ ਦੇ ਉੱਤੇ ਵਰਸ ਹੋ ਸਕਦੀਆਂ ਨੇ। ਪਰ ਜੇ ਤੁਸੀਂ ਕਹਿ ਰਹੇ ਹੋ ਕਿ 100 ਤੋਂ ਲੈ ਕੇ 150 ਸੈਂਟੀਮੀਟਰ ਤੱਕ ਜਿਹੜੀ ਰੇਨ ਆ, ਤਾਂ ਇਹਦਾ ਮਤਲਬ ਹੈ ਕਿ ਲਗਾਤਾਰ ਮੀਂਹ ਪਊਗਾ ਤੇ ਮੀਂਹ ਵੀ ਫਿਰ ਚੰਗਾ ਤੇਜ਼ੀ ਨਾਲ ਜਿਹੜਾ ਭਾਰੀ ਮੀਂਹ ਪਊਗਾ, ਕਿਉਂਕਿ ਇਹਦੇ ਨਾਲ ਫਿਰ ਜਿਹੜੀਆਂ ਹਾਲਾਤ ਹੈ ਵਿਗੜ ਵੀ ਸਕਦੇ ਆ। ਜੀ ਮਨਦੀਪ, ਸੀ ਟੂ ਸਕਾਈ ਆਪਣਾ ਰੀਜਨ ਹੈ, ਇਹਦੇ ਵਿੱਚ ਤੇ ਸੈਂਟਰਲ ਕੋਸਟ ਦੇ ਕੁਝ ਇਲਾਕੇ ਨੇ ਉਹਨਾਂ ਦੇ ਵਿੱਚ 100 ਤੋਂ 150 ਸੈਂਟੀਮੀਟਰ ਦੀ ਜਿਹੜੀ ਹੈ ਰੇਨਫਾਲ ਉਹ ਦਰਜ ਕੀਤੀ ਜਾਣੀ ਹੈ ਜੀ। ਉਸ ਤੋਂ ਬਾਅਦ ਜੇ ਦੂਜੇ ਸੂਬੇ ਵੱਲ ਚੱਲੀਏ ਤੇ ਓਨਟਾਰੀਓ ਦੇ ਨਾਰਥਰਨ ਰੀਜਨ ਦੀ ਗੱਲ ਕੀਤੀ ਜਾਵੇ ਤੇ ਕਿਰਕਲੈਂਡ ਲੇਕ ਤੇ ਨਾਰਥ ਪੇ ਰੀਜਨ ਹੈ, ਉਧਰ ਫ੍ਰੀਜ਼ਿੰਗ ਰੇਨ ਦਾ ਐਲਾਨ ਕੀਤਾ ਗਿਆ ਹੈ ਵੈਬਸਾਈਟ ਦੇ ਉੱਤੇ ਜੀ। ਤੇ ਓਨਟਾਰੀਓ ਦੇ ਸਦਰਨ ਰੀਜਨ ਜਿਹੜੇ ਨੇ ਉਹਨਾਂ ਵਿੱਚ ਸਿਟੀ ਆਫ ਹੈਮਿਲਟਨ, ਸਿਟੀ ਆਫ ਆਟਵਾ, ਇਹਨਾਂ ਸਾਰੀਆਂ ਥਾਵਾਂ ਦੇ ਉੱਤੇ ਫ੍ਰੀਜ਼ਿੰਗ ਰੇਨ ਦੀ ਵਾਰਨਿੰਗ ਜਾਰੀ ਕੀਤੀ ਗਈ ਹੈ। ਸੋ ਕੱਲ ਸਵੇਰ ਤੱਕ ਫ੍ਰੀਜ਼ਿੰਗ ਰੇਨ ਪੈ ਸਕਦੀ ਹੈ ਤੇ ਕੰਡੀਸ਼ਨਸ ਜਿਹੜੀਆਂ ਨੇ ਸੜਕਾਂ ਦੇ ਉੱਤੇ ਉਹ ਵਰਸ ਹੋ ਸਕਦੀਆਂ। ਸੋ ਜੇ ਫ੍ਰੀਜ਼ਿੰਗ ਰੇਨ ਜੰਮ ਜਾਂਦੀ ਹੈ ਤੇ ਬਲੈਕ ਆਈਸ ਪੈ ਸਕਦੀ ਹੈ। ਸੋ ਇਹ ਜਿਹੜੀਆਂ ਕੰਡੀਸ਼ਨਸ ਨੇ ਡਰਾਈਵਿੰਗ ਦੇ ਲਈ ਵੀ ਕਾਫੀ ਜ਼ਿਆਦਾ ਖਤਰਨਾਕ ਨੇ ਤੇ ਬਾਰ-ਬਾਰ ਲੋਕਾਂ ਨੂੰ ਸਤਰਕ ਰਹਿਣ ਦੀ ਚੇਤਾਵਨੀ ਜਿਹੜੀ ਉਹ ਦਿੱਤੀ ਜਾ ਰਹੀ ਹੈ ਜੀ। ਬਿਲਕੁਲ। ਔਰ ਇਸ ਤੋਂ ਇਲਾਵਾ ਹੋਰ ਬਾਕੀ ਇਲਾਕਿਆਂ ਦੇ ਵਿੱਚ BC ਤੋਂ ਇਲਾਵਾ ਹੋਰ ਕੀ ਹਾਲਾਤ ਨੇ ਵੈਦਰ ਦੇ? ਜੀ ਮਨਦੀਪ, ਕਿਊਬੈਕ ਦੇ ਕੁਝ ਸਦਰਨ ਪਾਰਟ ਤੇ ਨਾਰਥਰਨ ਪਾਰਟ ਹੈ ਜਿਹਦੇ ਵਿੱਚ ਸਪੈਸ਼ਲ ਵੈਦਰ ਵਾਰਨਿੰਗ ਹੈ ਅਗੇਂਸਟ, ਉੱਥੇ ਫੌਗ ਦੀ ਵਾਰਨਿੰਗ ਹੈ, ਧੁੰਦ ਪੈਣ ਦੇ ਚਾਂਸਸ ਨੇ। ਸੋ ਵਿਜ਼ਿਬਿਲਿਟੀ ਘੱਟ ਸਕਦੀ ਹੈ। ਬਾਕੀ ਥਾਵਾਂ ਦੇ ਉੱਤੇ ਵੈਦਰ ਜਿਹੜਾ ਉਹ ਕਲੀਅਰ ਹੈ ਵੀ ਜੇ ਕਿਤੇ ਸਨੋ ਪੈ ਰਹੀ ਹੈ ਤੇ ਉਹ ਇਦਾਂ ਹੀ ਚੱਲ ਰਿਹਾ। ਪ੍ਰੋਜੈਕਟਡ ਜਿਹੜੀ ਨਿਊਜ਼ ਹੈ ਵੀ ਪਿਛਲੇ ਘੰਟਿਆਂ ਵਾਲੀ ਵੀ ਕਿਤੇ ਵੀ ਸਨ ਰਾਈਜ਼ ਦਾ ਜਿਹੜਾ ਜਾਂ ਤੁਸੀਂ ਕਹਿ ਲਓ ਵੀ ਸਨਸ਼ਾਈਨ ਤੁਸੀਂ ਹਜੇ ਨਹੀਂ ਦੇਖ ਸਕਦੇ, ਇਹ ਵੀਕਐਂਡ ਤੱਕ ਹੀ ਪ੍ਰੋਜੈਕਟਡ ਨੇ ਜੀ। ਅੱਛਾ, ਤੇ ਆਪਣੇ ਹਮੇਸ਼ਾ ਦਿਲਚਸਪੀ ਇਹ ਹੁੰਦੀ ਹੈ ਵੀ ਸਰੀ 'ਚ ਸਨੋ ਕਦੋਂ ਪਊਗੀ, ਵੈਨਕੂਵਰ 'ਚ ਸਨੋ ਕਦੋਂ ਪਊਗੀ। ਪਿਛਲੇ ਦਿਨੀ ਜਦੋਂ ਵਾਰਨਿੰਗ ਆਈ ਸੀ ਮੈਨੂੰ ਥੋੜਾ ਅਟਪਟਾ ਲੱਗਾ ਸੀ ਯਾਰ, ਇੰਨੀ ਅਰਲੀ ਵਾਰਨਿੰਗ ਕਿਵੇਂ ਆ ਗਈ, ਕਿਉਂਕਿ ਪਿਛਲੇ ਸਾਲ ਅਸੀਂ ਦੇਖਿਆ ਸੀ ਕਿ ਕ੍ਰਿਸਮਸ ਲੰਘ ਕੇ ਜਿਹੜੀ ਆ ਸਨੋ ਪਈ ਸੀ ਨਵੇਂ ਸਾਲ ਦੇ ਉੱਤੇ। ਸੋ ਇਸ ਵਾਰ ਕੀ ਉਮੀਦ ਹੈ? ਮਨਦੀਪ, ਮੈਨੂੰ ਲੱਗਦਾ ਵੀ ਜਿਹੜਾ ਵੈਦਰ ਆ ਉਹ ਇੱਕਦਮ ਫਲਕਚੁਏਟ ਕਰੇਗਾ, ਇੱਕਦਮ ਸਵਿਚ ਕਰੇਗਾ, ਕਿਉਂਕਿ ਹੋਪ ਤੱਕ ਤੇ ਸਨੋ ਅਸੀਂ ਦੇਖ ਚੁੱਕੇ ਹਾਂ ਵੀ ਹੋਪ ਤੱਕ ਤੇ ਤੀਜੇ ਦਿਨ ਹੀ ਪੈ ਰਹੀ ਹੈ ਜੀ। ਸੋ ਹੋਪ ਤੱਕ ਜੇ ਪੈ ਗਈ ਹੈ ਤੇ ਹੋਪ ਤੋਂ ਇੱਥੋਂ ਆਉਂਦਿਆਂ ਬਹੁਤਾ ਟਾਈਮ ਨਹੀਂ ਲੱਗਣਾ, ਬਟ ਇਹ ਆ ਵੀ ਕਿੰਨਾ ਟਾਈਮ ਲੱਗਦਾ ਉਹ ਚੀਜ਼ ਤੇ ਸਾਰਿਆਂ ਦੀ ਨਜ਼ਰ ਜ਼ਰੂਰ ਟਿਕੀ ਹੋਈ ਹੈ। ਸੋ ਪ੍ਰੋਜੈਕਟਡ ਸਾਡੇ ਕੋਲ ਕੋਈ ਵੀ ਹਜੇ ਕੰਡੀਸ਼ਨ ਜਾਂ ਪ੍ਰੋਜੈਕਟ ਸਾਡੇ ਕੋਲ ਕੋਈ ਵੀ ਨਿਊਜ਼ ਨਹੀਂ ਆ ਰਹੀ ਇਸ ਰਿਲੇਟਡ, ਪਰ ਮੰਨਿਆ ਹੀ ਜਾ ਰਿਹਾ ਵੀ ਇੱਕ ਤਰ੍ਹਾਂ ਸਰਪ੍ਰਾਈਜ਼ ਹੋਏਗਾ ਵੀ ਲੋਕਾਂ ਨੇ ਕਹਿਣਾ ਜੀ ਵੀ ਸੋਮਵਾਰ ਨੂੰ ਸਨੋ ਪੈਣੀ ਹੈ ਤੇ ਉਹਨਾਂ ਨੇ ਕਹਿਣਾ ਵੀ ਹਾਂ ਪਿਛਲੀ ਵਾਰੀ ਵੀ ਇਹਨਾਂ ਨੇ ਕਿਹਾ ਸੀਗਾ ਪੈਣੀ ਹੈ ਨਹੀਂ ਹੈ ਵੀ ਸਾਨੂੰ ਕੋਈ ਸੀਰੀਅਸ ਲੈਣ ਦੀ ਲੋੜ ਨਹੀਂ ਹੈ ਤੇ ਸੋਮਵਾਰ ਨੂੰ ਸੱਚੀ ਸਨੋ ਪੈਣੀ ਹੈ। ਸੋ ਇਦਾਂ ਦੀ ਕੰਡੀਸ਼ਨ ਵੀ ਵੇਖਣ ਨੂੰ ਮਿਲ ਸਕਦੀ ਜੀ। ਅੱਛਾ, ਇਸ ਤੋਂ ਇਲਾਵਾ ਇੱਕ ਰੀਕਾਲ ਆਈ ਆ, ਸੁਣਿਆ ਕਿ ਕੁਝ ਜਿਹੜੇ ਇੱਕ ਬ੍ਰਾਂਡ ਆ ਕੋਈ ਭਾਂਡਿਆਂ ਵਾਲਾ, ਉਹਦੀ ਕੋਈ ਬੜੀ ਤਗੜੀ ਰੀਕਾਲ ਆਈ ਆ ਜੀ। ਮਨਦੀਪ, ਉਹਦੇ ਰਿਲੇਟਡ ਵੀ ਇੱਕ ਕਾਫੀ ਵੱਡੀ ਰੀਕਾਲ ਹੈ ਅੱਜ ਤੇ ਕੱਲ ਜਾਰੀ ਕੀਤੀ ਗਈ ਹੈ ਹੈਲਥ ਕੈਨੇਡਾ ਦੀ ਵੈਬਸਾਈਟ ਦੇ ਉੱਤੇ। ਕ੍ਰੌਕਪੌਟ ਕਰਕੇ ਇੱਕ ਬ੍ਰਾਂਡ ਹੈ ਜਿਹੜਾ ਇੱਕ ਰਾਈਸ ਕੁੱਕਰ ਵਰਗੀਆਂ ਆਈਟਮਸ ਜਿਹੜੀਆਂ ਬਣਾਉਂਦੇ ਨੇ। ਸੋ ਸਵਿਕਸ ਕੁਆਰਟਸ ਵਾਲੇ ਉਹਨਾਂ ਦੇ ਕੁਝ ਮਾਡਲ ਨੇ ਜਿਨ੍ਹਾਂ ਦੀ ਜਿਹੜੀ ਪ੍ਰੋਡਕਸ਼ਨ ਆ ਉਹ ਮੇਰੇ ਖਿਆਲ ਨਾਲ 2018 ਦੇ ਵਿੱਚ ਹੋਈ ਸੀ ਤੇ ਅਪ੍ਰੈਲ 2018 ਤੋਂ ਲੈ ਕੇ ਨਵੰਬਰ 2020 ਤੱਕ ਉਹ ਮਾਰਕੀਟ ਦੇ ਵਿੱਚ ਵੇਚੇ ਗਏ ਨੇ। ਤੇ ਜਿਸ ਹਿਸਾਬ ਨਾਲ ਹੈਲਥ ਕੈਨੇਡਾ ਵੱਲੋਂ ਨੰਬਰਸ ਜਾਰੀ ਕੀਤੇ ਗਏ ਨੇ 28336 ਮਾਡਲ ਨੇ ਜਿਹੜੇ ਇਸ ਚੀਜ਼ ਨਾਲ ਪ੍ਰਭਾਵਿਤ ਨੇ ਤੇ ਇਹ ਰੀਕਾਲ ਜਿਹੜੀ ਆ ਇੱਕ ਤਰ੍ਹਾਂ ਬਹੁਤ ਸੀਵੀਅਰ ਇੰਜਰੀ ਇਹਦੇ ਰਿਲੇਟਡ ਹੈ, ਕਿਉਂਕਿ ਮੰਨਿਆ ਜਾ ਰਿਹਾ ਵੀ ਉਹ ਜਿਹੜਾ ਪੋਟ ਹੈ ਉਹ ਇਲੈਕਟ੍ਰੀਕਲ ਹੈ ਤੇ ਉਹਦੇ ਵਿੱਚ ਜਦੋਂ ਵੀ ਕੋਈ ਬੰਦਾ ਕੁਕਿੰਗ ਕਰਦਾ ਉਹਦਾ ਲਿਡ ਜਿਹੜਾ ਉਹ ਕ੍ਰੈਕ ਕਰ ਸਕਦਾ। ਸੋ ਜੇ ਉਹਦੇ ਵਿੱਚ ਪਾਣੀ ਉਬਲ ਰਿਹਾ ਜਾਂ ਸੂਪ ਉਬਲ ਰਿਹਾ, ਜੇ ਤੁਹਾਡੇ ਤੇ ਪੈ ਗਿਆ ਤੇ ਤੁਹਾਡੇ ਬਰਨ ਮਾਰਕਸ ਹੋ ਸਕਦੇ ਨੇ। ਸੋ ਇਹ ਕਾਫੀ ਇੱਕ ਤਰ੍ਹਾਂ ਸੀਵੀਅਰ ਜਿਹੜੀ ਆ ਰੀਕਾਲ ਵਾਰਨਿੰਗ ਹੈ ਤੇ ਹੈਲਥ ਕੈਨੇਡਾ ਦੀ ਵੈਬਸਾਈਟ ਦੇ ਉੱਤੇ ਤੁਸੀਂ ਜਾ ਕੇ ਇਹਨਾਂ ਨੰਬਰਸ ਨੂੰ ਚੈੱਕ ਕਰ ਸਕਦੇ ਹੋ ਤੇ ਇਹਦੇ ਕੁਝ ਮਾਡਲ ਨੇ ਜਿਹੜੇ SCC ਤੇ PPC ਤੋਂ ਸ਼ੁਰੂ ਹੁੰਦੇ ਨੇ। ਇਹਨਾਂ ਦੇ ਵਿੱਚ ਦੋ ਮਾਡਲਸ ਨੇ, ਤੁਸੀਂ ਉਹ ਮਾਡਲ ਨੰਬਰ ਜਾ ਕੇ ਆਪਣੀ ਪਹਿਲਾਂ ਤੇ ਆਪਣੇ ਪ੍ਰੋਡਕਟ ਦੇ ਉੱਤੇ ਥੱਲੇ ਦੂਜੀ ਸਾਈਡ ਤੇ ਦੇਖ ਸਕਦੇ ਹੋ ਤੇ ਜੇ ਹੈਲਥ ਕੈਨੇਡਾ ਦੀ ਵੈਬਸਾਈਟ ਤੋਂ ਐਂਟਰ ਕਰੋਗੇ ਤੇ ਉੱਥੇ ਆ ਜਾਏਗਾ ਵੀ ਇਹ ਮਾਡਲ ਰੀਕਾਲਡ ਹੈ ਕਿ ਨਹੀਂ, ਫਿਰ ਉਸ ਤੋਂ ਬਾਅਦ ਤੁਹਾਨੂੰ ਅਗਲਾ ਪ੍ਰੋਸੈਸ ਜਿਹੜਾ ਉਹ ਸਮਝਾਇਆ ਜਾਏਗਾ ਜੀ। ਬਿਲਕੁਲ। ਔਰ ਮੇਰੇ ਖਿਆਲ ਦਰਸ਼ਕਾਂ ਨੂੰ ਅਪੀਲ ਹੈ ਕਿ ਜਿਨ੍ਹਾਂ ਕੋਲ ਵੀ ਇਹ ਮਾਡਲ ਨੇ ਖਾਸ ਕਰਕੇ ਇਸ ਬ੍ਰਾਂਡ ਦੇ, ਤਾਂ ਉਹ ਜ਼ਰੂਰ ਹੈਲਥ ਕੈਨੇਡਾ ਦੀ ਵੈਬਸਾਈਟ ਜਿਹੜੀ ਵਿਜ਼ਿਟ ਕਰਨ ਤੇ ਚੈੱਕ ਕਰ ਲੈਣ ਕਿ ਉਹਦੀ ਰੀਕਾਲ ਆਈ ਹੈ ਕਿ ਨਹੀਂ ਆਈ। ਸੋ ਇਹ ਸੇਫਟੀ ਲਈ ਇੱਕ
ਜਿਹੜੀ ਵੱਡੀ ਅਪਡੇਟ ਜਿਹੜੀ ਅੰਗਦ ਨੇ ਸਾਡੇ ਨਾਲ ਸਾਂਝੀ ਕੀਤੀ ਆ। ਸੋ ਇਸ ਤੋਂ ਇਲਾਵਾ ਕੈਨੇਡਾ ਦੇ ਵਿੱਚ ਕਿਉਂਕਿ ਅਸੀਂ ਦੇਖਦੇ ਹਾਂ ਕਿ ਹੁਣ ਜਿਵੇਂ ਆ ਰੀਕਾਲ ਆਈ ਹੈ, ਜਿਸ ਤਰ੍ਹਾਂ ਲੋਕਾਂ ਦਾ ਖਿਆਲ ਰੱਖਿਆ ਜਾਂਦਾ ਤੇ ਜਿਸ ਤਰ੍ਹਾਂ ਦਾ ਕੈਨੇਡਾ ਦਾ ਜਿਹੜਾ ਰਹਿਣ ਸਹਿਣ ਆ, ਸਭ ਦੁਨੀਆ ਦੇ ਬਹੁਤ ਸਾਰੇ ਇਲਾਕਿਆਂ ਤੋਂ ਲੋਕ ਜਿਹੜੇ ਆਕਰਸ਼ਿਤ ਹੁੰਦੇ ਆ। ਅਸੀਂ ਵੀ ਆਕਰਸ਼ਿਤ ਹੋ ਕੇ ਇੱਥੇ ਆਏ ਆ। ਸੋ ਇਮੀਗ੍ਰੇਸ਼ਨ ਨੂੰ ਲੈ ਕੇ ਸੁਣਿਆ ਕਿ ਇੱਕ ਹੋਰ ਸਰਵੇ ਕੀਤਾ ਗਿਆ ਜਿਹਦੇ ਵਿੱਚ ਫਿਰ ਕੈਨੇਡਾ ਨੰਬਰ 1 ਤੇ ਆ। ਜੀ ਮਨਦੀਪ, ਵੈਸਟਰਨ ਯੂਨੀਅਨ ਤੇ ਮਨੀ ਜਿਹੜੇ ਐਕਸਚੇਂਜ ਕਾਰਪੋਰੇਸ਼ਨਸ ਨੇ ਉਹਨਾਂ ਦਾ ਇੱਕ ਕੰਪੀਟੀਟਰ ਹੈਗੇ ਰਿਮਿਟਲੀ ਕਰਕੇ ਜੀ, ਉਹਨਾਂ ਨੇ ਹਾਲ ਹੀ ਦੇ ਵਿੱਚ ਇੱਕ ਸਰਵੇ ਕੀਤਾ ਸੀਗਾ ਵੀ ਜਿਹੜੇ ਲੋਕ ਟ੍ਰਾਂਜੈਕਸ਼ਨਸ ਕਰਦੇ ਨੇ, ਪੈਸੇ ਭੇਜਦੇ ਨੇ ਇੱਧਰ ਉੱਧਰ, ਉਹਨਾਂ ਸਾਰਿਆਂ ਨੂੰ ਇੱਕ ਸਰਵੇ ਭੇਜਿਆ ਗਿਆ ਤੇ ਇੱਕ ਸਰਵੇ ਦੇ ਵਿੱਚ ਜਿਹੜੇ ਨੰਬਰਸ ਆਏ ਨੇ ਬੜੇ ਹੈਰਾਨੀਜਨਕ ਨੇ। ਕੈਨੇਡਾ ਦੇ ਲਈ ਤਾਂ ਨਹੀਂ ਹੈ ਕਿਉਂਕਿ ਕੈਨੇਡਾ ਦੇ ਲੋਕ ਤੇ ਇਹ ਚੀਜ਼ ਮੰਨਦੇ ਆ ਵੀ ਹਾਂਜੀ ਹਸਪਿਟੈਲਿਟੀ ਦੇ ਮਾਮਲੇ 'ਚ ਜਾਂ ਕੋਵਿਡ ਨੂੰ ਡੀਲ ਕਰਨ ਦੇ ਮਾਮਲੇ ਦੇ ਵਿੱਚ ਜਾਂ ਉੱਦਾਂ ਵੀ ਪੋਲਾਈਟਨੈਸ ਦੇ ਮਾਮਲੇ ਦੇ ਵਿੱਚ ਕੈਨੇਡੀਅਨਸ ਜਿਹੜੇ ਨੇ ਬਹੁਤ ਵਧੀਆ, ਲਿਵਿੰਗ ਸਟੈਂਡਰਡ ਇਹਨਾਂ ਦਾ ਚੰਗਾ ਹੈ ਜੀ, ਤੇ ਲੋਕੀ ਚਾਹੁੰਦੇ ਨੇ ਵੀ ਕੈਨੇਡਾ ਆਉਣ। ਸੋ ਉਸ ਰਿਮਿਟਲੀ ਦੇ ਅਕੋਰਡਿੰਗ ਇੱਕ ਲਿਸਟ ਜਿਹੜੀ ਪ੍ਰਪੇਅਰ ਕੀਤੀ ਗਈ ਹੈ। ਉਹ ਲਿਸਟ ਵਿੱਚ ਕਿਹਾ ਗਿਆ ਕਿ ਜੇਕਰ ਤੁਹਾਨੂੰ ਇਮੀਗ੍ਰੇਟ ਕਰਨ ਦਾ ਮੌਕਾ ਮਿਲਦਾ ਜਾਂ ਕੰਮ ਕਰਨ ਦਾ ਮੌਕਾ ਮਿਲਦਾ ਜਾਂ ਰਹਿਣ ਦਾ ਮੌਕਾ ਮਿਲਦਾ ਵੀ ਕਿਹੜਾ ਦੇਸ਼ ਹੋਏਗਾ ਜਿੱਥੇ ਤੁਸੀਂ ਜਾਣਾ ਚਾਹੋਗੇ ਜੀ, ਤੇ ਇਸ ਲਿਸਟ ਦੇ ਵਿੱਚ ਕੈਨੇਡਾ ਨੇ ਟੌਪ ਕੀਤਾ। ਦੂਜੇ ਨੰਬਰ ਦੇ ਉੱਤੇ ਜਾਪਾਨ ਮੰਨਿਆ ਗਿਆ, ਜਾਪਾਨ ਦੇ ਵਿੱਚ ਲੋਕ ਜਾਣਾ ਚਾਹੁੰਦੇ ਨੇ। ਤੀਜੇ ਨੰਬਰ ਦੇ ਉੱਤੇ ਸਪੇਨ ਹੈ, ਚੌਥੇ ਨੰਬਰ ਦੇ ਉੱਤੇ ਜਰਮਨੀ ਹੈ ਤੇ ਪੰਜਵੇਂ ਨੰਬਰ ਤੇ ਕਤਰ ਹੈ। ਤੇ ਮੇਰਾ ਧਿਆਨ ਸੀਗਾ ਕਿ ਅਸੀਂ ਆਪਣੇ ਨਾਲ ਦੇ ਗੁਆਂਢੀ ਦੇਸ਼ ਵੱਲ ਵੀ ਦੇਖੀਏ ਵੀ ਯੂਐਸ ਕਿੱਥੇ ਹੈ। ਯੂਐਸ ਇਸ ਲਿਸਟ ਦੇ ਵਿੱਚ 9ਵੇਂ ਨੰਬਰ ਤੇ ਆਉਂਦਾ ਕਿਉਂਕਿ ਕਿਤੇ ਨਾ ਕਿਤੇ ਮੰਨਿਆ ਹੀ ਜਾ ਰਿਹਾ ਵੀ ਇਹ ਲਿਸਟ ਜਿਹੜੀ ਕੰਪਾਈਲ ਕੀਤੀ ਗਈ ਹੈ, ਲੋਕਾਂ ਦਾ ਧਿਆਨ ਇਸ ਚੀਜ਼ ਵੱਲ ਵੀ ਸੀਗਾ ਵੀ ਕੋਵਿਡ ਦੇ 19 ਦਾ ਜਿਹੜਾ ਇਸ ਚੀਜ਼ ਨੂੰ ਜਿਹੜਾ ਬੈਰੀਕੇਡ ਆ ਉਹਨੂੰ ਕਿਸ ਹਿਸਾਬ ਨਾਲ ਟੈਕਲ ਕੀਤਾ ਗਿਆ। ਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਵੀ ਕੈਨੇਡਾ ਨੇ ਕਾਫੀ ਵਧੀਆ ਢੰਗ ਨਾਲ ਡੀਲ ਕੀਤਾ ਇਸ ਚੀਜ਼ ਨੂੰ ਤੇ ਕਰਵ ਨੂੰ ਜਿਹੜਾ ਘਟਾਇਆ, ਪਰ ਫਿਰ ਵੀ ਸਾਨੂੰ ਲੱਗਦਾ ਵੀ ਉਸ ਚੀਜ਼ ਨੂੰ ਅਸੀਂ ਹੋਰ ਇੰਪਰੂਵ ਕਰ ਸਕਦੇ ਹਾਂ। ਸੋ ਇਹ ਜਿਹੜਾ ਇਹਦੇ ਨਾਲ ਇਹ ਲਿਸਟ ਕੰਪਾਈਲ ਹੋਈ ਹੈ ਤੇ ਕੈਨੇਡਾ ਨੇ ਇਸ ਲਿਸਟ ਵਿੱਚ ਟੌਪ ਕੀਤਾ। ਜੀ ਬਿਲਕੁਲ। ਔਰ ਜਦੋਂ ਜਿੱਦਾਂ ਫਸਟ ਵੇਵ ਨੂੰ ਜਿਹੜਾ ਹੈਂਡਲ ਕੀਤਾ ਗਿਆ ਸੀ ਉਦੋਂ ਤਾਂ ਬਿਲਕੁਲ ਇਹ ਲੱਗ ਰਿਹਾ ਸੀਗਾ ਕਿ ਬਹੁਤ ਜ਼ਿਆਦਾ ਬਚਾਅ ਹੋ ਗਿਆ। ਸ਼ਾਇਦ ਦੂਜੀ ਵੇਵ ਦੇ ਵਿੱਚ ਥੋੜੇ ਹਾਲਾਤ ਵਿਗੜਦੇ ਨਜ਼ਰ ਆ ਰਹੇ ਆ, ਪਰ ਇਹਨੂੰ ਬੜੇ ਜਿਹੜਾ ਵਾ ਸੀਰੀਅਸ ਤਰੀਕੇ ਨਾਲ ਲਿਆ ਜਾ ਰਿਹਾ। ਸੋ ਅੰਗਦ, ਬਹੁਤ ਬਹੁਤ ਧੰਨਵਾਦ, ਬਹੁਤ ਅਹਿਮ ਖਬਰਾਂ ਤੁਸੀਂ ਸਾਂਝੀਆਂ ਕੀਤੀਆਂ ਨੇ। ਬਹੁਤ ਬਹੁਤ ਧੰਨਵਾਦ ਖਬਰਾਂ ਤੇ ਜਾਣਕਾਰੀ ਦੇਣ ਲਈ। ਜੀ ਮਨਦੀਪ ਜੀ। ਸੋ ਇਹ ਸੀ ਸਾਡਾ ਅੱਜ ਦਾ ਖਾਸ ਪ੍ਰੋਗਰਾਮ ਜਿਸ ਅਸੀਂ ਚਰਚਾ ਕੀਤੀ ਹੈ ਕੈਨੇਡਾ ਦੀਆਂ ਖਾਸ ਖਬਰਾਂ ਤੇ। ਔਰ ਜਿਹੜੀ ਦਿਲਚਸਪ ਖਬਰ ਸੀ, ਮੈਨੂੰ ਲੱਗਦਾ ਕਿ ਜੇ ਤੋਂ ਅਸੀਂ ਸ਼ੁਰੂਆਤ ਕੀਤੀ ਹੈ ਨੋਟਬੰਦੀ ਤੋਂ, ਔਰ ਮੈਨੂੰ ਲੱਗਦਾ ਕਿ ਜ਼ਰੂਰ ਬਹੁਤ ਸਾਰੇ ਦਰਸ਼ਕਾਂ ਨੂੰ ਇਸ ਦੀ ਜਾਣਕਾਰੀ ਤੋਂ ਫਾਇਦਾ ਹੋਵੇਗਾ। ਸੋ ਇਸੇ ਤਰ੍ਹਾਂ ਅਸੀਂ ਹਾਜ਼ਰ ਹੁੰਦੇ ਰਹਾਂਗੇ ਵਾਰ-ਵਾਰ ਖਬਰਾਂ ਉੱਤੇ ਚਰਚਾ ਕਰਨ ਲਈ। ਸੋ ਤੁਸੀਂ ਦੇਖਦੇ ਰਹੋ TV ਪੰਜਾਬ।